बीते दिनी एक लैटर सोशल मीडिया के उत्ते वायरल होया सी जिस दे विच संत जरनैल सिंह भिंडरांवालिया होरां दी तस्वीर सरकारी बसां तो हटाउण दी गल जिहड़ी सामने आई सी। लैटर नूं पढ़न तो बाद सिख जथेबंदियां दे विच खासा रोस जिहड़ा है वो देखण नूं मिल रहा और सिख जथेबंदियां दे वल्लों हुण एक नवां ऐलान किया गया कि वो आउण वाले दिनां दे विच पंजाब दे विच सरकारी बसां दे उत्ते संत बाबा जरनैल सिंह भिंडरांवालिया दे नाल भाई हवारा दीयां तस्वीरां लगाउणगे। ਬਠਿੰਡੇ ਦੇ ਵਿੱਚ ਇਹਨਾਂ ਨੇ ਬਿਨਾਂ ਨਾਮ ਲਿਆ ਜਿਹੜਾ ਲੈਟਰ ਜਾਰੀ ਕੀਤਾ ਹੈ ਕਿ ਇਤਰਾਜ਼ਯੋਗ ਤੇ ਦੇਸ਼ ਦੇ ਅਖੰਡਤਾ ਨੂੰ ਭੰਗ ਕਰਦੀਆਂ ਜਿਹੜੀਆਂ ਤਸਵੀਰਾਂ ਨੇ ਸ਼ੇਅਰ ਨੇ ਉਹ ਹਟਾਏ ਜਾਣ। ਬਿਨਾਂ ਨਾਮ ਲਿਖੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਮਲੀ ਰੂਪ ਦਿੰਦਿਆਂ ਹੋਇਆ ਇਹਨਾਂ ਨੇ ਬਠਿੰਡੇ ਦੇ ਵਿੱਚ 3 ਬੱਸਾਂ ਦੇ ਉੱਪਰ ਜਿਹੜੇ ਸੰਤ ਜਰਨੈਲ ਸਿੰਘ ਉਹਨਾਂ ਦੇ ਪੋਸਟਰ ਤੇ ਸਲੋਗਨ ਲਿਖੇ ਜਿਹੜੇ ਲਾਏ ਨੇ। ਸਰਕਾਰ ਨੇ ਲਾ ਕੇ ਉਸ ਚੀਜ਼ ਤੇ ਮੋਹਰ ਲਾਈ ਹੈ ਜਿਹੜਾ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਬਾਕੀ ਸਟੇਟ ਦੇ ਵਿੱਚ ਵੀ ਇਹ ਸਾਰਾ ਕੁਝ ਘਟਨਾ ਵਾਪਰ ਰਹੀਆਂ ਸੀਗੀਆਂ। ਉਹਦੇ ਤੇ ਹੀ ਮੋਹਰ ਲਾਉਂਦੇ ਇਹਨਾਂ ਨੇ ਪੰਜਾਬ ਵਿੱਚ ਵੀ ਉਹੀ ਚੀਜ਼ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ट्रांसपोर्ट मंत्री लालजीत सिंह भुल्लर उन्होंने तो स्पष्ट किया है कहते ਆਪਾਂ कोई इदां दी लैटर ਦਿੱਤੀ नहीं हैगी है। ਉਹ ਲੈਟਰ ਕਾਪੀ ਸਾਡੇ ਕੋਲ ਹੈ ਮੇਰੇ ਮੋਬਾਈਲ ਵਿੱਚ ਹੈਗੀ ਤੁਹਾਨੂੰ WhatsApp कर देना है। एक तरके भी दिता जाता है भी सरकारी प्रॉपर्टी है सरकारी प्रॉपर्टी ਦੇ ਉੱਤੇ ਤਸਵੀਰਾਂ ਜਾਂ ਇਸ ਤਰੀਕੇ ਦੇ ਨਾਲ ਉਹ ਬੱਸਾਂ ਜਿਹੜੀਆਂ ਨੇ ਉਹ ਸਾਡੀਆਂ ਨੇ ਪੰਜਾਬ ਦੀਆਂ ਬੱਸਾਂ ਨੇ ਪੰਜਾਬ ਦੇ ਲੋਕਾਂ ਦੇ ਪੈਸਿਆਂ ਦੀਆਂ ਬੱਸਾਂ ਨੇ ਹਰ ਇੱਕ ਗਰੀਬ ਤੋਂ ਅਮੀਰ ਬੰਦਾ ਟੈਕਸ ਦਿੰਦਾ ਜਿਹਦੇ ਨਾਲ ਇਹਨਾਂ ਨੂੰ ਤਨਖਾਹ ਮਿਲ ਰਹੀਆਂ ਨੇ। ਅਸੀਂ ਬੱਸਾਂ ਵਿੱਚ ਸਫ਼ਰ ਕਰਦੇ ਹਾਂ ਤਾਂ ਫਿਰ ਬੱਸਾਂ ਚੱਲਦੀਆਂ ਨੇ ਤੇ ਇਹ ਬੱਸ ਦੇ ਜੇ ਸਰਕਾਰ ਮਾਲਕ ਹੈ ਮਾਲਕ ਅਸੀਂ ਵੀ ਹਾਂ ਫਿਰ ਅਸੀਂ ਵੀ ਤੈਅ ਕਰਾਂਗੇ ਕਿ ਅਸੀਂ ਉਸ ਬੱਸ ਵਿੱਚ ਚੜ੍ਹਨ ਲੱਗੇ ਕਿਹੜੀ ਤਸਵੀਰ ਦੇਖਣੀ ਪਸੰਦ ਕਰਦੇ ਹਾਂ। ਬਹੁਤ ਤਸਵੀਰਾਂ ਜਿਹੜੀਆਂ ਤਸਵੀਰਾਂ ਵੇਖ ਕੇ ਸਾਡੇ ਵੀ ਅੰਦਰ ਅੱਗ ਲੱਗਦੀ ਆ। कुछ समय तो पिछे देखा होगा भी जो कांग्रेस गौरमेंट आती है उन्होंने भी इतराज़ है। जो बादल की गौरमेंट आई सी वो भी बीजेपी ने साथ सी उन्होंने भी इतराज़ सीगा। हुण दिल्ली तो जो केजरीवाल हैगा वो पंजाब दे विच उहदा मुख मंत्री उहदी पार्टी दा हुण इनू भी इतराज़ है पर इन्हां तिन्नां दी बैग दे उपर जिहड़ी RSS खड़ी हुई है। इत्थे घट गिनती कौमां दे लई कानून होर चलदा है ते जिहड़ियां वध गिनती कौमां जिहड़ी मेजोरिटी है उहदे लई इस देश दा कानून जिहड़ा है वो किसी होर वे नाल चलदा। ਆਪਾਂ ਬੱਸਾਂ ਦੇ ਵਿੱਚ ਦੇਖਦੇ ਹਾਂ ਅਕਸਰ ਗੁਰਬਾਣੀ ਵੀ ਲਿਖੀ ਹੁੰਦੀ ਹੈ ਆਪਾਂ ਸਾਈਡਾਂ ਦੇ ਉੱਤੇ ਪੜ੍ਹ ਲੈਂਦੇ ਆ ਫਰੰਟ ਸ਼ੀਸ਼ਿਆਂ ਦੇ ਉੱਤੇ ਪੜ੍ਹ ਲੈਂਦੇ ਆ ਔਰ ਉਸੇ ਬੱਸ ਦੇ ਵਿੱਚ ਕਈ ਵਾਰ ਬੰਦਾ ਡਰਿੰਕ ਕਰਕੇ ਵੀ ਚੜ੍ਹਦਾ ਬੰਦਾ ਕਿਸੇ ਨਸ਼ੇ ਦਾ ਸੇਵਨ ਕਰਕੇ ਵੀ ਚੜ੍ਹਦਾ। ਕਦੇ ਜਥੇਬੰਦੀਆਂ ਦੇ ਵੱਲੋਂ ਇਸ ਚੀਜ਼ ਵੱਲ ਧਿਆਨ ਦਿੱਤਾ ਗਿਆ ਕਿ ਉਸ ਜਗ੍ਹਾ ਦੇ ਉੱਤੇ ਗੁਰਬਾਣੀ ਦਾ ਨਿਰਾਦਰ ਹੁੰਦਾ ਜਿਹੜੀ ਮਤਲਬ ਗੁਰਬਾਣੀ ਦੀ ਗੱਲ ਵੱਖਰੀ ਹੈ ਜਿਹੜੀ ਫੋਟੋ ਵਾਲੀ ਜਿਹੜੀ ਆ ਸੰਤਾਂ ਦੀ ਸਾਡੀ ਉਹ ਗੱਲ ਵੱਖਰੀ ਆ। ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਨਵਾਂ ਵਿਵਾਦ ਛਿੜਿਆ ਹੈ। ਦਰਅਸਲ ਬੀਤੇ ਦਿਨੀ ਇੱਕ ਲੈਟਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਹੋਰਾਂ ਦੀ ਤਸਵੀਰ ਸਰਕਾਰੀ ਬੱਸਾਂ ਤੋਂ ਹਟਾਉਣ ਦੀ ਗੱਲ ਜਿਹੜੀ ਸਾਹਮਣੇ ਆਈ ਸੀਗੀ ਜਿਸ ਤੋਂ ਬਾਅਦ ਹਾਲਾਂਕਿ ਟਰਾਂਸਪੋਰਟ ਮੰਤਰੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਸਾਡੇ ਧਿਆਨ ਦੇ ਵਿੱਚ ਅਜਿਹੀ ਕੋਈ ਲੈਟਰ ਨਹੀਂ ਹੈ ਪਰ ਇਸ ਤੋਂ ਬਾਅਦ ਲੈਟਰ ਨੂੰ ਪੜ੍ਹਨ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਖਾਸਾ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਔਰ ਸਿੱਖ ਜਥੇਬੰਦੀਆਂ ਦੇ ਵੱਲੋਂ ਹੁਣ ਇੱਕ ਨਵਾਂ ਐਲਾਨ ਕੀਤਾ ਗਿਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਉੱਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਭਾਈ ਹਵਾਰਾ ਦੀਆਂ ਤਸਵੀਰਾਂ ਲਗਾਉਣਗੇ। ਹਾਲਾਂਕਿ ਸਰਕਾਰ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਲੈ ਰਹੀ ਹੈ ਉਹ ਸਰਕਾਰ ਦਾ ਪੱਖ ਹੈ ਪਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਤਰੀਕੇ ਦੀ ਵਿਉਂਤਬੰਦੀ ਜਿਹੜੀ ਕੀਤੀ ਜਾ ਰਹੀ ਹੈ ਤਾਂ ਸਿੱਖ ਯੂਥ ਆਫ ਪੰਜਾਬ ਦੇ ਨੁਮਾਇੰਦੇ ਦੇ ਨਾਲ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਨੇ ਗੱਲਬਾਤ ਕਰਦੇ ਆ। ਭਾਈ ਗੁਰਨਾਮ ਸਿੰਘ ਜੀ ਸਾਡੇ ਨਾਲ ਨੇ। ਗੁਰਨਾਮ ਸਿੰਘ ਜੀ ਲੈਟਰ ਆਇਆ ਲੈਟਰ ਤੋਂ ਬਾਅਦ ਕੀ ਫੈਸਲਾ ਕੀਤਾ ਜਥੇਬੰਦੀਆਂ ਦੇ ਵੱਲੋਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੈਸਲਾ ਇੱਦਾਂ ਕਿ ਬਠਿੰਡੇ ਦੇ ਵਿੱਚ ਜਿਹੜਾ ਇਹਨਾਂ ਨੇ ਬਿਨਾਂ ਨਾਮ ਲਿਆ ਜਿਹੜਾ ਲੈਟਰ ਜਾਰੀ ਕੀਤਾ ਹੈ ਕਿ ਇਤਰਾਜ਼ਯੋਗ ਤੇ ਦੇਸ਼ ਦੇ ਅਖੰਡਤਾ ਨੂੰ ਭੰਗ ਕਰਦੀਆਂ ਜਿਹੜੀਆਂ ਤਸਵੀਰਾਂ ਨੇ ਸ਼ੇਅਰ ਨੇ ਉਹ ਹਟਾਏ ਜਾਣ। ਬਿਨਾਂ ਨਾਮ ਲਿਖੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਮਲੀ ਰੂਪ ਦਿੰਦਿਆਂ ਹੋਇਆ ਇਹਨਾਂ ਨੇ ਬਠਿੰਡੇ ਦੇ ਵਿੱਚ 3 ਬੱਸਾਂ ਦੇ ਉੱਪਰ ਜਿਹੜੇ ਸੰਤ ਜਰਨੈਲ ਸਿੰਘ ਉਹਨਾਂ ਦੇ ਪੋਸਟਰ ਤੇ ਸਲੋਗਨ ਲਿਖੇ ਜਿਹੜੇ ਲਾਏ ਨੇ। ਜਿੱਦਾਂ ਹੀ ਉਹ ਲਾਉਣ ਦਾ ਪਤਾ ਲੱਗਾ ਤੇ ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਆਪਣੀ ਜਥੇ ਸਮੇਤ ਉੱਥੇ ਪਹੁੰਚੇ ਨੇ ਤੇ ਉੱਥੇ ਉਹਨਾਂ ਨੇ ਬਹੁਤ ਬਹਿਸ ਵਸਾਈਆ ਵੀ ਹੋਇਆ ਤੇ ਉਹਨਾਂ ਦੀ GM ਸਾਫ਼ ਮੁੱਕਰ ਗਿਆ ਕਿ ਸਾਨੂੰ ਕੋਈ ਇਸ ਤਰੀਕੇ ਦਾ ਲੈਟਰ ਨਹੀਂ ਆਇਆ ਤੇ ਉਹਦਾ ਅਸੀਂ ਵਿਰੋਧ ਕਰਦਿਆਂ ਹੋਇਆਂ ਜਿਹੜਾ ਐਲਾਨ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਸੀ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਅਲਟੀਮੇਟਮ ਦਿੱਤਾ ਸੀ ਸਰਕਾਰ ਨੂੰ ਕਿ ਜੇ ਇਹ ਉਹ ਫੈਸਲਾ ਲਿਖਤੀ ਵਾਪਸ ਨਹੀਂ ਲੈਂਦੇ ਅੱਜ ਤੱਕ ਤਸਵੀਰਾਂ ਇਕੱਲੀਆਂ ਸੰਤ ਜਰਨੈਲ ਸਿੰਘ ਦੀ ਨਹੀਂ ਲੱਗੀਆਂ ਉੱਥੇ ਦੇਵੀ ਦੇਵਤਿਆਂ ਦੀਆਂ ਲੱਗੀਆਂ ਨੇ ਪੀਰਾਂ ਦੀਆਂ ਵੀ ਲੱਗੀਆਂ ਨੇ ਜੋ ਜਿਹਨੂੰ ਲਾਈਕ ਪਸੰਦ ਕਰਦਾ ਉਹਦੀ ਤਸਵੀਰ ਉੱਥੇ ਲੱਗੀ ਹੋਈ ਹੈ। ਹਰ ਇੱਕ ਡਰਾਈਵਰ ਕੰਡਕਟਰ ਆਪਣੀ ਇੱਛਾ ਅਨੁਸਾਰ ਜਿਹੜਾ ਉਹਨੂੰ ਚਿਹਰਾ ਚੰਗਾ ਲੱਗਦਾ ਉਹਦੀ ਤਸਵੀਰ ਲਗਾਉਂਦਾ ਹੈ। ਸਿੰਗਰਾਂ ਦੀਆਂ ਲੱਗੀਆਂ ਹੋਈਆਂ ਨੇ
ਉਹਦੇ ਵਿੱਚ ਜਿਹੜੇ ਲੋਕ ਲਾਈਕ ਪਸੰਦ ਕਰਦੇ ਨੇ ਸਨ ਜਰਨੈਲ ਸਿੰਘ ਉਹਨਾਂ ਨੂੰ, ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ, ਉਹਨਾਂ ਦੀ ਤਸਵੀਰਾਂ ਲੱਗੀਆਂ ਹੋਈਆਂ ਸੀ। ਪਰ ਸਰਕਾਰ ਨੇ ਲਾ ਕੇ ਉਸ ਚੀਜ਼ ਤੇ ਮੋਹਰ ਲਾਈ ਹੈ, ਜਿਹੜਾ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਬਾਕੀ ਸਟੇਟ ਦੇ ਵਿੱਚ ਵੀ ਇਹ ਸਾਰਾ ਕੁਝ ਘਟਨਾ ਵਾਪਰ ਰਹੀਆਂ ਸੀਗੀਆਂ, ਉਹਦੇ ਤੇ ਹੀ ਮੋਹਰ ਲਾਉਂਦੇ ਇਹਨਾਂ ਨੇ ਪੰਜਾਬ ਵਿੱਚ ਵੀ ਉਹੀ ਚੀਜ਼ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ, ਜਿਹੜਾ ਅਸੀਂ ਸਖਤ ਵਿਰੋਧ ਕੀਤਾ ਆ ਕਿ ਜੇ ਸਰਕਾਰ ਨੇ ਵਾਪਸ ਨਾ ਲਿਆ, ਅੱਜ ਤੱਕ ਅਸੀਂ ਧੱਕੇ ਨਾਲ ਲਵਾਈਆਂ ਨਹੀਂ, ਕਿਸੇ ਨੇ ਨਹੀਂ ਲਵਾਈਆਂ, ਪਰ ਇਹ ਸਰਕਾਰ ਦੀ ਹਰ ਇੱਕ ਬੱਸ ਦੇ ਉੱਪਰ ਅਸੀਂ ਧੱਕੇ ਦੇ ਨਾਲ ਲਾਵਾਂਗੇ ਜਿਨ੍ਹਾਂ ਨੇ ਵਾਪਸ ਨਾ ਲਿਆ। ਪਰ ਜਿਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਤਾਂ ਸਪਸ਼ਟ ਕੀਤਾ ਹੈ, ਕਹਿੰਦੇ ਆਪਾਂ ਕੋਈ ਇੱਦਾਂ ਦੀ ਲੈਟਰ ਦਿੱਤੀ ਨਹੀਂ ਹੈਗੀ ਹੈ। ਉਹ ਲੈਟਰ ਕਾਪੀ ਸਾਡੇ ਕੋਲ ਹੈ, ਮੇਰੇ ਮੋਬਾਈਲ ਵਿੱਚ ਹੈਗੀ, ਤੁਹਾਨੂੰ WhatsApp ਕਰ ਦਿੰਦਾ ਹੈ। ਜਿਹੜੀ ਨੋਟਿਸ ਬੋਰਡ ਬਠਿੰਡੇ ਦੇ ਬੱਸ ਸਟੈਂਡ ਵਰਕਸ਼ਾਪ ਦੇ ਵਿੱਚ ਲੱਗੀ ਹੋਈ ਦੀ ਫੋਟੋ ਤਸਵੀਰ ਅਸੀਂ ਖਿੱਚੀ ਹੈ, ਉਹ ਤੁਹਾਨੂੰ ਮੈਂ WhatsApp ਕਰ ਦਿੰਦਾ ਹੈ। ਤੇ ਜਿਵੇਂ ਆਪਾਂ ਇਹ ਦੇਖਦੇ ਹਾਂ ਗੁਰਬਾਣੀ ਦੀਆਂ ਤੁਕਾਂ ਆਮ ਆਪਾਂ ਜਿਹੜੀਆਂ ਪੰਕਤੀਆਂ ਨੇ ਉਹ ਬੱਸਾਂ ਦੇ ਵਿੱਚ ਲਿਖੀਆਂ ਹੋਈਆਂ ਨਾ, ਇੱਕ ਤਾਂ ਉਹ ਜ਼ਿਕਰ ਕੀਤਾ ਉਹਨਾਂ ਨੇ ਵੀ ਸ਼ਾਇਦ ਇਹ ਵੀ ਜ਼ਿਕਰ ਆਉਂਦਾ ਹੈ ਵੀ ਗੁਰਬਾਣੀ ਦੀ ਇੱਦਾਂ ਇਸ ਤਰੀਕੇ ਦੇ ਨਾਲ ਬੇਅਦਬੀ ਹੁੰਦੀ ਹੈ ਵੀ ਆਪਾਂ ਜਗ੍ਹਾ ਜਗ੍ਹਾ ਦੇ ਉੱਤੇ ਲਿਖ ਦਿੰਦੇ ਹਾਂ, ਸਫਾਈ ਨਹੀਂ ਹੁੰਦੀ ਆ ਉੱਤੇ ਲਿਖ ਦਿੱਤੀਆਂ ਜਾਂਦੀਆਂ ਨੇ, ਉਹ ਹਟਾਉਣ ਦੀ ਗੱਲ ਜਿਹੜੀ ਹੈ ਕਿਤੇ ਨਾ ਕਿਤੇ ਉਹ ਪੱਖ ਸਾਹਮਣੇ ਆਉਂਦਾ ਹੈ। ਦੂਸਰੇ ਦੇ ਉੱਤੇ ਇੱਕ ਸ਼ਬਦ ਜਿਹੜਾ ਉਹਨਾਂ ਦੇ ਵੱਲੋਂ ਵਰਤਿਆ ਗਿਆ ਵੀ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀਗੇ ਵੀ ਜਿਹੜਾ ਇਤਰਾਜ਼ਯੋਗ ਸ਼ਬਦ ਦੀ ਗੱਲ ਕਰ ਰਹੇ ਹੋ ਨਾ, ਉਹ ਅੰਗਰੇਜ਼ੀ ਦੇ ਵਿੱਚ ਉਹ ਸ਼ਬਦ ਉਸ ਤਰੀਕੇ ਦਾ ਵਰਤਿਆ ਗਿਆ, ਤਾਂ ਖਾਸ ਤੌਰ ਦੇ ਉੱਤੇ ਕਿਤੇ ਨਾਮ ਨਹੀਂ ਸੀਗਾ ਸੰਤ ਜਿਹੜੇ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਨਾਲ ਭਾਈ ਹਵਾਰਾ ਹੋਣਾ ਦਾ, ਫਿਰ ਵੀ ਜਥੇਬੰਦੀਆਂ ਦੇ ਵਿੱਚ ਰੋਸ ਹੈ। ਦੇਖੋ ਮੈਂ ਤੁਹਾਨੂੰ WhatsApp ਕਰ ਦਿੰਦਾ, ਉਹਦੇ ਤੇ ਬਾਏ ਨੇਮ, ਬਾਏ ਬੱਸ ਨੰਬਰ, ਬਰਨਾਲਾ, ਬਠਿੰਡਾ ਤੇ ਫਿਰੋਜ਼ਪੁਰ, 3 ਬੱਸਾਂ ਦਾ ਬਾਏ ਨੇਮ ਉਹਨਾਂ ਦਾ ਨੰਬਰ ਦੇ ਕੇ ਹਵਾਲੇ ਨਾਲ ਦੱਸਿਆ ਹੋਇਆ ਕਿ ਸਲੋਗਨ ਕੀ ਲਿਖਿਆ ਹੋਇਆ, ਕਿਸ ਤੇ ਕਿਹੜੀ ਤਸਵੀਰ ਲੱਗੀ ਹੋਈ ਹੈ, ਇਹ ਸਾਫ਼ ਐਪਲੀਕੇਸ਼ਨ ਦੇ ਵਿੱਚ ਲਿਖਿਆ ਹੋਇਆ ਆ, ਜਿਹੜਾ ਤੁਹਾਨੂੰ ਮੈਂ WhatsApp ਕਰ ਦਿੰਦਾ। ਦੂਸਰੀ ਗੱਲ, ਅਗਰ ਤੁਸੀਂ ਕਹਿੰਦੇ ਹੋ ਕਿ ਲੋਕ ਜੇ ਕਿਸੇ ਨੂੰ ਅਖੰਡਤਾ ਨੂੰ ਪਸੰਦ ਨਹੀਂ ਕਰਦੇ, ਸੰਤ ਜਰਨੈਲ ਸਿੰਘ ਇੱਕ ਉਹ ਸ਼ਖਸੀਅਤ ਆ ਜਿਹੜੇ ਦਿਲਾਂ ਦੀ ਧੜਕਣ ਨੇ ਨੌਜਵਾਨਾਂ ਦੀ। ਤੁਸੀਂ ਤਸਵੀਰ ਇੱਕ ਬੱਸ ਤੋਂ ਤਾਂ ਲਾ ਲਾਂਗੇ, ਪਰ ਨੌਜਵਾਨ ਦਿਲਾਂ 'ਚੋਂ ਕਿੱਥੋਂ ਲਾਉਂਗੇ? ਦੂਸਰੀ ਗੱਲ ਇਹ ਕਿ ਸੰਤ ਜਰਨੈਲ ਸਿੰਘ ਉਹ ਸ਼ਖਸੀਅਤ ਆ ਜਿਨ੍ਹਾਂ ਤੇ ਇੱਕ ਵੀ FIR ਦਰਜ ਨਹੀਂ ਹੈਗੀ। ਫਿਰ ਜੇ ਇਹਨਾਂ ਨੂੰ ਉਸ ਸ਼ਖਸੀਅਤ ਤੋਂ ਪ੍ਰੋਬਲਮ ਆ, ਜਿਹਨੂੰ ਪੰਥ ਨੇ, ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਨੇ ਇੱਕ 20ਵੀਂ ਸਦੀ ਦਾ ਮਹਾਨ ਜਰਨੈਲ ਦਾ ਖਿਤਾਬ ਦਿੱਤਾ ਹੋਇਆ ਆ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਭਾਈ ਸੰਤ ਜਰਨੈਲ ਸਿੰਘ ਉਹਨਾਂ ਦੇ ਸਾਥੀਆਂ ਸਮੇਤ ਉਹ ਸ਼ਹੀਦੀ ਯਾਦਗਾਰ ਬਣੀ ਹੋਈ ਹੈ। ਉਹਨਾਂ ਦੇ ਖਿਲਾਫ ਅਗਰ ਉਹ ਤਸਵੀਰ ਇਹਨਾਂ ਨੂੰ ਪਸੰਦ ਨਹੀਂ ਹੈ, ਫਿਰ ਅਸੀਂ ਕਹਿੰਦੇ ਹਾਂ ਕਿ ਬਹੁਤ ਤਸਵੀਰਾਂ ਨੇ ਜਿਹੜੀਆਂ ਨੌਜਵਾਨ ਪਸੰਦ ਨਹੀਂ ਕਰਦਾ। ਉਹ ਬੱਸਾਂ ਜਿਹੜੀਆਂ ਨੇ ਉਹ ਸਾਡੀਆਂ ਨੇ, ਪੰਜਾਬ ਦੀਆਂ ਬੱਸਾਂ ਨੇ, ਪੰਜਾਬ ਦੇ ਲੋਕਾਂ ਦੇ ਪੈਸਿਆਂ ਦੀਆਂ ਬੱਸਾਂ ਨੇ। ਹਰ ਇੱਕ ਗਰੀਬ ਤੋਂ ਅਮੀਰ ਬੰਦਾ ਟੈਕਸ ਦਿੰਦਾ, ਜਿਹਦੇ ਨਾਲ ਇਹਨਾਂ ਨੂੰ ਤਨਖਾਹ ਮਿਲ ਰਹੀਆਂ ਨੇ। ਅਸੀਂ ਬੱਸਾਂ ਵਿੱਚ ਸਫ਼ਰ ਕਰਦੇ ਹਾਂ ਤਾਂ ਫਿਰ ਬੱਸਾਂ ਚੱਲਦੀਆਂ ਨੇ, ਤੇ ਇਹ ਬੱਸ ਦੇ ਜੇ ਸਰਕਾਰ ਮਾਲਕ ਹੈ, ਮਾਲਕ ਅਸੀਂ ਵੀ ਹਾਂ। ਫਿਰ ਅਸੀਂ ਵੀ ਤੈਅ ਕਰਾਂਗੇ ਕਿ ਅਸੀਂ ਉਸ ਬੱਸ ਵਿੱਚ ਚੜ੍ਹਨ ਲੱਗਿਆ ਕਿਹੜੀ ਤਸਵੀਰ ਦੇਖਣੀ ਪਸੰਦ ਕਰਦੇ ਹਾਂ। ਬਹੁਤ ਤਸਵੀਰਾਂ ਜਿਹੜੀਆਂ ਤਸਵੀਰਾਂ ਵੇਖ ਕੇ ਸਾਡੇ ਵੀ ਅੰਦਰ ਅੱਗ ਲੱਗਦੀ ਆ, ਪਰ ਅਸੀਂ ਜਰਦੇ ਹਾਂ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹ ਇਸੇ ਚੀਜ਼ ਦੀ ਹੈ ਕਿ ਹਰ ਬੰਦੇ ਨੂੰ ਆਪਣੇ ਧਰਮ ਵਿੱਚ ਰਹਿ ਕੇ ਜੀਣ ਦੀ ਆਜ਼ਾਦੀ ਹੋਣੀ ਚਾਹੀਦੀ ਆ। ਤੇ ਅੱਜ ਅਸੀਂ ਗੱਲ ਕਰ ਰਹੇ ਕਿ ਫਿਰ ਇਹ ਸਾਨੂੰ ਉਹ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ, ਜਿਨ੍ਹਾਂ ਨੂੰ ਅੱਜ ਵੀ ਇਹ ਸਮਝ ਨਹੀਂ ਸੀ ਕਿ ਆਮ ਆਦਮੀ ਪਾਰਟੀ ਨੂੰ ਬੜਾ ਇੱਕ ਬੀਬਾ ਚਿਹਰਾ ਸਮਝਦੇ ਸੀ, ਉਹ ਮੁਖੱਟਾ ਉਹਨਾਂ ਦਾ ਅੱਜ ਲੱਥ ਚੁੱਕਾ ਆ। ਕਿਉਂਕਿ ਜਿਸ ਤਰੀਕੇ ਨਾਲ BJP ਨੇ, ਕਾਂਗਰਸ ਨੇ, ਅਕਾਲੀ ਦਲ ਨੇ ਪੰਜਾਬ ਪ੍ਰਤੀ ਜੋ ਕੁਝ ਕੀਤਾ ਹੈ, ਲਗਾਤਾਰ ਉਸੇ ਹੀ ਪੈਂਤੜੇ ਤੇ ਚੜ੍ਹਦੇ ਹੋਏ ਅੱਜ ਜਿਹੜੀ BJP ਦੇ ਪੈਂਤੜੇ ਤੇ ਚੜ੍ਹ ਰਹੀ ਹੈ। BJP ਸ਼ਾਂਤੀ ਮਾਰਚ ਕਰਦੀ ਸੀ, ਤਿਰੰਗੇ ਮਾਰਚ ਕਰਦੀ ਸੀ, ਉਸੇ ਪੈਂਤੜਿਆਂ ਤੇ ਆਪ ਕਰ ਰਹੀ ਆ। ਉਹ ਵੀ ਇਸੇ ਚੀਜ਼ ਤੋਂ ਜਲਣ ਸਲਣ ਉਹਦੀ ਤਸਵੀਰ ਤੋਂ ਜਿਹਦੀ ਤੋਂ ਹੁੰਦੀ ਹੈ। ਇਹ ਪ੍ਰੋਬਲਮ RSS ਨੂੰ ਆ, ਤੇ ਉਹਦੀ ਹੀ ਹਿੱਸਾ ਹੋਣ ਦੇ ਨਾਤੇ ਇਹ ਆਪਣੇ ਆਪ ਨੂੰ ਸਟੇਟ ਦੇ ਵਿੱਚ, ਇੱਕ ਦੇਸ਼ ਦੇ ਵਿੱਚ ਜਿਹੜਾ ਸਟੇਟ ਪੰਜਾਬ ਦੀ ਹੈਗੀ, ਜਿਹੜੀ ਇੱਕ ਸਟੈਂਪ ਦੀ ਮੋਹਰ ਲੱਗੀ ਹੋਈ ਹੈ, ਸਿਰਫ ਇੱਕ ਮੋਹਰ ਦਾ ਕੰਮ ਕਰ ਰਿਹਾ ਭਗਵੰਤ ਮਾਨ ਸਰਕਾਰ, ਦਿੱਲੀ ਤੋਂ ਚੱਲ ਰਹੀ ਹੈ, ਇਹ ਉਹ ਪ੍ਰੂਫ ਕਰ ਰਹੇ ਨੇ। ਅੱਛਾ, ਇੱਕ ਤਰਕ ਇਹ ਵੀ ਦਿੱਤਾ ਜਾਂਦਾ ਵੀ ਸਰਕਾਰੀ ਪ੍ਰਾਪਰਟੀ ਹੈ, ਸਰਕਾਰੀ ਪ੍ਰਾਪਰਟੀ ਦੇ ਉੱਤੇ ਤਸਵੀਰਾਂ ਜਾਂ ਇਸ ਤਰੀਕੇ ਦੇ ਨਾਲ ਲਗਾਉਣਾ। ਦੇਖੋ ਇਹ ਗੱਲ ਪਹਿਲਾਂ ਅਸੀਂ ਕਲੀਅਰ ਕੀਤੀ ਹੈ ਕਿ ਸਰਕਾਰੀ ਪ੍ਰਾਪਰਟੀ ਦੇ ਉੱਪਰ ਤਸਵੀਰਾਂ ਲੱਗੀਆਂ ਨੇ। ਅੱਜ ਤੱਕ ਕਿਸੇ ਨੇ, ਮੇਰਾ ਖਿਆਲ ਜਾਣਕਾਰੀ 'ਚ ਨਹੀਂ ਹੈਗਾ, ਕਿਸੇ ਨੇ ਕਿਸੇ ਚੀਜ਼ ਦੇ ਉੱਪਰ ਸਰਕਾਰੀ ਦੇ ਧੱਕੇ ਨਾ ਜਾ ਕੇ ਲਾਈ ਹੋਵੇ। ਜੇ ਅੱਜ ਅਸੀਂ ਲਗਾਉਣ ਦੀ ਗੱਲ ਕਰ ਰਹੇ ਹਾਂ, ਇਹ ਅਸੀਂ ਮਜਬੂਰ ਹੋ ਕੇ ਕਰ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਸੀ ਕਿ ਲਗਾਉਣ, ਪਰ ਸਰਕਾਰ ਨੇ ਜੇ ਉਤਰਵਾਈਆਂ ਨੇ, ਜੋ ਧੱਕੇ ਨਾਲ ਉਤਰਾ ਸਕਦੇ ਨੇ, ਉਹਨਾਂ ਨੇ ਕੰਡਕਟਰਾਂ ਨੂੰ ਸਾਫ਼ ਉਸ ਨੋਟਿਸ ਦੇ ਵਿੱਚ ਲਿਖਿਆ ਹੋਇਆ ਕਿ ਜੇ ਕੰਡਕਟਰ ਤੇ ਜਿਹੜੇ ਡਰਾਈਵਰ ਨੇ ਉਹ ਇਹਦੇ ਜ਼ਿੰਮੇਵਾਰ ਹੋਣਗੇ, ਜੇ ਜਿਸ ਦੀ ਬੱਸ ਦੇ ਉੱਪਰ ਇਹ ਤਸਵੀਰਾਂ ਲੱਗੀਆਂ ਹੋਣਗੀਆਂ ਤੇ ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਨੇ। ਇਹ ਲਫ਼ਜ਼ ਨੇ ਉਹਨਾਂ ਦੇ, ਮਤਲਬ ਇਹ ਡਰਾ ਰਹੇ ਨੇ, ਧਮਕਾ ਕੇ ਉਹ ਤਸਵੀਰਾਂ ਲਹਾ ਰਹੇ ਨੇ। ਫਿਰ ਇਹ ਸ਼ਰੇਆਮ ਜਿਹੜਾ ਧੱਕਾ ਕਰ ਰਹੇ ਨੇ, ਕੋਈ ਬੰਦੂਕ ਦੀ ਗੋਲੀ ਤੇ ਕਰਦਾ ਹੈ, ਜਿਹਦੇ ਨਾਲ ਰੋਜੀ ਰੋਟੀ ਚੱਲਦੀ ਹੈ, ਉਹਦੇ ਨਾਲ ਕਰਦਾ। ਫਿਰ ਕੱਲ੍ਹ ਨੂੰ ਇਹ ਕਹਿਣਗੇ ਕਿ ਸਾਨੂੰ ਇਹ ਖੁੱਲ੍ਹਾ ਦਾੜਾ, ਪ੍ਰਕਾਸ਼ ਦਾੜਾ ਪਸੰਦ ਨਹੀਂ ਗਾ। ਇਹ ਕੱਲ੍ਹ ਕਹਿਣਗੇ ਸਾਨੂੰ ਪਗੜੀ ਵਾਲੇ ਤੋਂ ਡਰ ਲੱਗਦਾ, ਪਗੜੀ ਵਾਲਾ ਬੱਸ ਦਾ ਡਰਾਈਵਰ ਨਹੀਂ ਚਾਹੀਦਾ। ਮਤਲਬ ਇਹਦੇ ਅਗਲੇ ਸਟੈਪ ਚੱਕ ਰਹੇ ਨੇ। ਤੇ ਇਸ ਲਈ ਇਸ ਚੀਜ਼ ਨੂੰ ਠੱਲ ਪਾਉਣ ਦੇ ਲਈ ਸਾਨੂੰ ਪੰਜਾਬ ਦੀ ਨੌਜਵਾਨੀ ਨੂੰ ਤੇ ਪੰਜਾਬ ਦੀਆਂ ਪੰਜਾਬੀ
ਹੱਕ ਦੇ ਵਿੱਚ, ਪੰਜਾਬ ਦੇ ਹਿੱਤਾਂ ਦੇ ਲਈ ਜਿਹੜੇ ਲੜਨ ਵਾਲੇ ਲੋਕ ਨੇ ਉਹ ਕਿਸੇ ਵੀ ਧਿਰ ਤੋਂ ਹੋਣ, ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਆਓ ਪੰਜਾਬ ਦੇ ਹੱਕਾਂ ਲਈ ਅਸੀਂ ਇਕੱਠੇ ਹੋ ਕੇ ਨਿਤਰੀਏ, ਨਹੀਂ ਤੇ ਇਹ ਆ ਕੇ ਤੁਹਾਡੇ ਗੱਲ ਨੂੰ ਦਿੱਲੀ ਵਾਲਾ ਜਿਹੜਾ ਪੰਜਾਬ ਦੇ ਵਿੱਚ ਦੁਬਾਰਾ ਦੁਹਰਾਉਣਗੇ। ਅੱਛਾ ਗੁਰਨਾਮ ਸਿੰਘ ਜੀ, ਅੱਗੇ ਹੁਣ ਕੀ ਫੈਸਲਾ ਕੀ ਕੀਤਾ ਹੈ ਤੁਸੀਂ? ਅੱਜ ਵੀ ਮੀਟਿੰਗ ਕੀਤੀ ਹੈ, ਕੀ ਫੈਸਲਾ ਕੀ ਕੀਤਾ ਹੈ? ਕਿਵੇਂ ਉਹ ਜਿਹੜਾ ਜਿਸ ਤਰੀਕੇ ਦਾ ਤੁਸੀਂ ਐਲਾਨ ਕਰ ਰਹੇ ਹੋ, ਅਸੀਂ ਤਸਵੀਰਾਂ ਲਾਵਾਂਗੇ ਬੱਸਾਂ ਦੇ ਉੱਤੇ, ਕੀ ਪ੍ਰੋਗਰਾਮ ਕੀ ਹੈਗਾ ਤੁਹਾਡਾ? ਅੱਜ ਇੱਥੇ ਆਜ਼ਾਦ ਕਿਸਾਨ ਕਮੇਟੀ ਤੋਂ ਸਰਦਾਰ ਦਿਲਬਾਗ ਸਿੰਘ ਜੀ ਨੇ ਜਥੇਦਾਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਯੂਥ ਵਿੰਗ ਦੇ ਜਨਰਲ ਸਕੱਤਰ ਨੇ ਸੰਦੀਪ ਸਿੰਘ ਜੀ, ਸ਼੍ਰੀ ਗੁਰੂ ਸਤਕਾਰ ਸਭਾ ਤੋਂ ਨੇ ਭਾਈ ਦਵਿੰਦਰ ਸਿੰਘ ਜੀ ਖਾਲਸਾ, ਤੇ ਭਾਜੀ ਨੇ ਪੰਥਕ ਅਕਾਲੀ ਲਹਿਰ ਤੋਂ, ਸਾਰਿਆਂ ਨੇ ਅੱਜ ਸਾਂਝਾ ਫੈਸਲਾ ਕਰਕੇ ਇਸ ਚੀਜ਼ ਦੇ ਉੱਪਰ ਮੋਹਰ ਲਾਈ ਹੈ ਕਿ ਅਸੀਂ ਆਪਣੀਆਂ ਕਿੱਤਿਆਂ ਦੇ ਵਿੱਚ ਜਥੇਬੰਦੀਆਂ ਜੋ ਸੇਵਾਵਾਂ ਨਿਭਾ ਰਹੀਆਂ ਨੇ, ਪਰ ਪੰਜਾਬ ਦੇ ਹੱਕਾਂ ਲਈ ਅਸੀਂ ਸਾਰੇ ਇਕੱਠੇ ਖੜੇ ਹਾਂ। ਅੱਜ ਸਾਰਿਆਂ ਨੇ ਸਾਂਝੀ ਰਾਏ ਕਰਕੇ ਜਿਹੜਾ ਅੱਜ ਇੱਥੇ ਐਲਾਨ ਕੀਤਾ ਹੈ ਕਿ ਜੇ ਸਰਕਾਰ ਨੇ ਇਹ ਵਾਪਿਸ ਨਾ ਲਿਆ, ਅਸੀਂ ਕੱਲ੍ਹ ਪੰਜਾਬ ਪੱਧਰ ਦੇ ਉੱਪਰ ਸਾਡੀਆਂ ਹੋਰ ਬਹੁਤ ਥਾਂ ਜਿਹੜੀ ਡਿਸਕਸ਼ਨ ਚੱਲ ਰਹੀ ਹੈ, ਬਹੁਤ ਸਾਥੀ ਨੇ ਸਹਿਯੋਗ ਕੀਤਾ, ਬਹੁਤ ਸਾਰੇ ਫੋਨ ਕਾਲਸ ਆਈਆਂ ਨੇ ਤੇ ਅੱਜ ਬਹੁਤ ਜਗ੍ਹਾ ਮੀਟਿੰਗਾਂ ਚੱਲ ਰਹੀਆਂ ਨੇ। ਜੋ ਵੀ ਇੱਕ ਸਾਂਝਾ ਫੈਸਲਾ ਹੋਊਗਾ ਕੱਲ੍ਹ ਅਸੀਂ ਐਲਾਨ ਕਰਕੇ ਤੇ ਪਰਸੋਂ ਨੂੰ ਉਹਨੂੰ ਐਕਸ਼ਨ ਅਮਲੀ ਰੂਪ ਦੇਵਾਂਗੇ। ਜਿਵੇਂ ਤੁਸੀਂ ਖੁਦ ਵੀ ਜ਼ਿਕਰ ਕੀਤਾ ਹੈ ਵੀ ਸਰਕਾਰ ਕਹਿੰਦੀ ਹੈ ਵੀ ਜੇਕਰ ਪੋਸਟਰ ਲੱਗੇ, ਕਿਸੇ ਵੀ ਤਸਵੀਰ ਕਿਸੇ ਵੀ ਸ਼ਖਸੀਅਤ ਦੀ ਲੱਗੀ ਜਾਂ ਸਲੋਗਨ ਕੁਝ ਲਿਖੇ ਗਏ, ਤਾਂ ਸਿੱਧੇ ਤੌਰ ਦੇ ਉੱਤੇ ਬੱਸ ਕੰਡਕਟਰ ਤੇ ਡਰਾਈਵਰ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਹੈ, ਲੱਗਦਾ ਵੀ ਜੋ ਤੁਸੀਂ ਐਕਸ਼ਨ ਕਰੋਗੇ ਉਹਨਾਂ ਦੇ ਉੱਤੇ ਵੀ ਇੱਕ ਐਕਸ਼ਨ ਸਰਕਾਰ ਲੈ ਸਕਦੀ, ਉਹਨਾਂ ਦੀਆਂ ਨੌਕਰੀਆਂ ਵੀ ਜਾ ਸਕਦੀਆਂ। ਦੇਖੋ ਪਹਿਲੀ ਗੱਲ ਹੈ ਕਿ ਉਹ ਡਰਾਈਵਰ ਨਹੀਂ ਲਗਾ ਰਹੇ, ਅਸੀਂ ਲਗਾ ਰਹੇ ਹਾਂ, ਸਰਕਾਰ ਐਲਾਨ ਕਰਕੇ ਲਗਾ ਰਹੇ ਹਾਂ ਅਸੀਂ। ਦੂਜੀ ਗੱਲ ਹੈ ਕਿ ਜੇ ਸਰਕਾਰ ਡਰਾਈਵਰ ਨੂੰ ਜਾਂ ਕੰਡਕਟਰ ਨੂੰ ਪਰੇਸ਼ਾਨ ਕਰੇਗੀ, ਉਹਦੇ ਤੇ ਕੋਈ ਉਸ ਤਰੀਕੇ ਦਾ ਹਮਲਾ ਕਰੇਗੀ ਜਿਸ ਤਰੀਕੇ ਨਾਲ ਉਹਨੂੰ ਡਰਾ ਧਮਕਾ ਰਹੀ, ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਉਹਨਾਂ ਦੀ, ਤੇ ਅਸੀਂ ਲੋਕ ਲਹਿਰ ਖੜੀ ਕਰਨ ਉਹਦੇ ਹੱਕ ਵਿੱਚ ਪ੍ਰੋਟੈਸਟ ਵੀ ਕਰਾਂਗੇ। ਕਿਉਂਕਿ ਉਹ ਜੇ ਇੱਕ ਡਰਾਈਵਰ ਨੂੰ ਆਪਣੀ ਇੱਛਾ ਅਨੁਸਾਰ ਚਲਾਉਣ ਲੱਗਿਆ, ਗੱਡੀ 'ਚ ਬੈਠਣ ਲੱਗਿਆ ਸਾਹਮਣੇ ਤਸਵੀਰ ਕਿਹਦੀ ਵੇਖਣੀ ਉਹ ਪਸੰਦ ਕਰਦਾ, ਉਹਨੂੰ ਉਹ ਇਜਾਜ਼ਤ ਨਹੀਂ ਹੈਗੀ, ਤੇ ਫਿਰ ਕੀ ਉਹਨੂੰ ਇਹ ਗੁਲਾਮੀਆਂ ਦੇ ਸੰਗਲਾਂ ਦਾ ਅਹਿਸਾਸ ਨਹੀਂ ਕਰਵਾਇਆ ਜਾ ਰਿਹਾ? ਫਿਰ ਮਤਲਬ ਜਿਹੜੀ ਨੌਕਰੀ ਕਰਨਗੇ ਉਹ ਗੁਲਾਮ ਹੋ ਕੇ ਨੌਕਰੀ ਕਰਨਗੇ, ਆਪਣੇ ਮਨ ਨੂੰ ਮਾਰ ਕੇ ਨੌਕਰੀਆਂ ਕਰਨਗੇ। ਇਹ ਮਤਲਬ ਸ਼ਰੇਆਮ ਧੱਕਾ ਜਿਹੜਾ ਪਿਛਲੀਆਂ ਸਰਕਾਰਾਂ ਨੇ ਕੀਤਾ, ਸੇਮ ਉਸੇ ਵੇ ਪੈਟਰਨ ਤੇ ਚੱਲਦੇ ਹੋਏ ਇਹ ਆਪ ਜਿਹੜਾ ਆਪਣਾ ਕਰ ਰਹੀ ਹੈਗੀ। ਅੱਛਾ ਐਸਜੀਪੀਸੀ ਦੇ ਵੱਲੋਂ ਵੀ ਸਟੈਂਡ ਲਿਆ ਗਿਆ ਇਸ ਮੁੱਦੇ ਦੇ ਉੱਤੇ ਸਰਕਾਰ ਦੇ ਉਸ ਲੈਟਰ ਦਾ, ਹਾਲਾਂਕਿ ਉਹ ਲੈਟਰ ਦੇ ਵਿੱਚ ਭਾਵੇਂ ਟਰਾਂਸਪੋਰਟ ਮੰਤਰੀ ਕਹਿੰਦੇ ਨੇ ਵੀ ਉਹ ਲੈਟਰ ਸਾਡੇ ਧਿਆਨ ਦੇ ਵਿੱਚ ਨਹੀਂ ਹੈ, ਪਰ ਉਸ ਲੈਟਰ ਦਾ ਮੈਂ ਜ਼ਿਕਰ ਕਰ ਰਿਹਾ ਵੀ ਐਸਜੀਪੀਸੀ ਨੇ ਵੀ ਵਿਰੋਧ ਕੀਤਾ, ਉਸ ਚੀਜ਼ ਨੂੰ ਕਿਵੇਂ ਦੇਖਦੇ? ਦੇਖੋ ਅਸੀਂ ਤਾਂ ਚਾਹੁੰਦੇ ਕਿ ਐਸਜੀਪੀਸੀ ਜਿਹੜੀ ਇੱਕ ਸਰਮੌਰ ਸੰਸਥਾ ਪੰਥ ਦੀ ਸੀ, ਉਹਨਾਂ ਨੂੰ ਹਰਚੰਦ ਸਿੰਘ ਧਾਮੀ ਪ੍ਰਧਾਨ ਉਹਨਾਂ ਨੂੰ ਵੀ ਚਾਹੀਦਾ ਹੈ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਉਹ ਸਖਤ ਨੋਟਿਸ ਲੈਣ, ਕਿਉਂਕਿ ਇਹ ਕੋਈ ਆਮ ਕਿਸੇ ਸਿੱਖ ਦੇ ਪੋਸਟਰ ਨਹੀਂ ਉਤਾਰੇ ਗਏ। ਇਹ ਮਤਲਬ ਉਸ ਜਰਨੈਲ ਦੇ ਜਿਨ੍ਹਾਂ ਨੂੰ ਇੱਕ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹਨੂੰ ਦਿਲਾਂ ਦੀ ਧੜਕਣ ਮੰਨਦਾ, ਤੇ ਉਹਨਾਂ ਦੀਆਂ ਇਹਨਾਂ ਨੂੰ ਸਰਕਾਰ ਨੂੰ ਯਾਦ ਹੋਣਾ ਚਾਹੀਦਾ ਕਿ ਇਹ ਉਹ ਜਰਨੈਲ ਨੇ ਜਿਨ੍ਹਾਂ ਦੀਆਂ ਤਸਵੀਰਾਂ ਲਾਉਣ ਦੇ ਚੱਕਰ ਵਿੱਚ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ। ਜਸਮੀਤ ਸਿੰਘ ਕਸ਼ਮੀਰ ਤੋਂ ਤੁਹਾਨੂੰ ਯਾਦ ਹੋਏਗਾ ਪਿਛਲੇ 2000 ਮੇਰੇ ਖਿਆਲ ਅੱਜ ਤੋਂ 6-7 ਸਾਲ ਪੁਰਾਣੀ ਗੱਲ ਹੈਗੀ, ਉੱਥੇ ਫਲੈਕਸ ਪਲੇ ਕਾਰਡਸ ਲੱਗੇ ਹੋਏ ਸੀ, ਪਲੇ ਕਾਰਡ ਦੇ ਲਾਉਂਦੇ ਸਨ, ਜਰਨੈਲ ਸਿੰਘ ਉਤਾਰੇ ਜਾ ਰਹੇ ਸੀ, ਤੋਂ ਇੱਥੇ ਦੀਆਂ ਜਿਹੜੀਆਂ ਕੱਟੜਪੰਥੀ ਜਥੇਬੰਦੀਆਂ ਨੇ ਉਹਦੇ ਵਿਰੋਧ ਵਿੱਚ ਉੱਥੇ ਉਹਦੀ ਸ਼ਹਾਦਤ ਵੀ ਹੋਈ ਹੈ। ਮਤਲਬ ਇਹ ਕੋਈ ਆਮ ਛੋਟੀ ਇਸ ਚੀਜ਼ ਨੂੰ ਛੋਟਾ ਲੈ ਕੇ ਨਾ ਚੱਲਣ, ਇਹ ਬਹੁਤ ਵੱਡਾ ਇੱਕ ਮਸਲਾ ਪੰਜਾਬ ਦਾ ਸਰਕਾਰ ਨੇ ਬਣਾ ਦਿੱਤਾ ਹੈ, ਤੇ ਇਹ ਬਹੁਤ ਵੱਡਾ ਮਸਲਾ ਜਿਹੜਾ ਇੱਕ ਉੱਭਰ ਕੇ ਸਾਹਮਣੇ ਜਿਹੜਾ ਆਇਆ ਆ, ਇਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਸਰਕਾਰ ਨੂੰ ਝੱਲਣਾ ਪੈ ਸਕਦਾ ਹੈ। ਇਸ ਕਰਕੇ ਚਾਹੁੰਦੀ ਸਰਕਾਰ ਇਸ ਚੀਜ਼ ਤੋਂ ਬਾਜ਼ ਆਵੇ। ਪੰਜਾਬ ਦੇ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ ਸਾਰੇ ਸਾਂਝ ਨਾਲ ਰਹੇ ਨੇ, ਉਹਨਾਂ ਵਿੱਚ ਆਪਸ 'ਚ ਲੜਾਈ ਪਾੜਾ ਪਾ ਕੇ ਇਸ ਚੀਜ਼ ਨੂੰ ਪੰਜਾਬ ਦੀ ਸ਼ਾਂਤੀ ਨੂੰ ਭੰਗ ਸਰਕਾਰ ਨਾ ਕਰੇ। ਅੱਛਾ ਭਾਈ ਸਾਹਿਬ, ਕੀ ਮਕਸਦ ਕੀ ਲੱਗਦਾ ਹੈ, ਮਨਸ਼ਾ ਕੀ ਲੱਗਦੀ ਹੈ ਇਹਦੇ ਪਿੱਛੇ? ਇਹਦੇ ਪਿੱਛੇ ਐਕਚੁਅਲੀ ਤੁਸੀਂ ਕੁਝ ਸਮੇਂ ਤੋਂ ਪਿੱਛੇ ਦੇਖਿਆ ਹੋਊਗਾ ਵੀ ਜਦੋਂ ਕਾਂਗਰਸ ਗੌਰਮੈਂਟ ਆਉਂਦੀ ਹੈ ਉਹਨੂੰ ਵੀ ਇਤਰਾਜ਼ ਹੈ, ਜਦੋਂ ਬਾਦਲ ਕੀ ਗੌਰਮੈਂਟ ਆਈ ਸੀਗੀ ਉਹ ਵੀ ਬੀਜੇਪੀ ਨਾਲ ਸਾਂਝ ਸੀ, ਉਹਨਾਂ ਨੂੰ ਵੀ ਇਤਰਾਜ਼ ਸੀਗਾ। ਹੁਣ ਦਿੱਲੀ ਤੋਂ ਜਿਹੜਾ ਕੇਜਰੀਵਾਲ ਹੈਗਾ ਉਹਦੇ ਪੰਜਾਬ ਦੇ ਵਿੱਚ ਉਹਦਾ ਮੁੱਖ ਮੰਤਰੀ ਉਹਦੀ ਪਾਰਟੀ ਦਾ, ਹੁਣ ਇਹਨੂੰ ਵੀ ਇਤਰਾਜ਼ ਆ। ਪਰ ਇਹਨਾਂ ਤਿੰਨਾਂ ਦੀ ਬੈਕ ਦੇ ਉੱਪਰ ਜਿਹੜੀ ਆਰਐਸਐਸ ਖੜੀ ਹੋਈ ਹੈ ਉਹ ਬਿਲਕੁਲ ਜਿਹੜੀ ਹੈਗੀ ਆ ਘੱਟ ਗਿਣਤੀ ਕੌਮਾਂ ਦੇ ਜਿਹੜੇ ਨਾਇਕਾਂ ਨੂੰ ਜਿਹੜਾ ਹੈਗਾ ਉਹ ਅੱਤਵਾਦੀ ਗਰਦਾਨਣਾ ਚਾਹੁੰਦੀ, ਜਿਹੜੇ ਆਪਣੇ ਹੱਕ ਦੇ ਲਈ ਜੂਝਦੇ ਹੋਣ ਕੌਮ ਦੇ ਲਈ। ਤੇ ਇਸ ਦੇਸ਼ ਦਾ ਕਾਨੂੰਨ ਵੀ ਦੋ ਤਰ੍ਹਾਂ ਦਾ, ਜੇ ਤਾਂ ਇਸ ਦੇਸ਼ ਦੇ ਵਿੱਚ 2019 ਦੇ ਵਿੱਚ ਹੜ੍ਹ ਆਉਂਦਾ ਉੜੀਸਾ ਦੇ ਵਿੱਚ, ਉੱਥੇ ਜਗਨਨਾਥਪੁਰੀ ਮੰਦਿਰ ਹੈ, ਇਹ ਸੁਪਰੀਮ ਕੋਰਟ ਦਾ ਆਰਡਰ ਹੈ, ਮੇਰਾ ਨਹੀਂ ਹੈਗਾ, ਅਖਬਾਰਾਂ ਨੇ ਵੀ ਉਹ ਬਿਆਨ ਲਾਇਆ। ਸੁਪਰੀਮ ਕੋਰਟ ਦਾ ਜੱਜ ਜਿਹੜਾ, ਤਿੰਨੇ ਜੱਜ ਜਿਹੜੇ ਮੁੱਖ ਜੱਜ ਉਹ ਇਹ ਗੱਲ ਕਹਿੰਦੇ ਆ ਵੀ ਭਾਵੇਂ ਬਚਾਅ ਕਾਰਜ ਸੀਗੇ, ਹੜ੍ਹ ਆਉਣ ਦੇ ਕਰਕੇ ਜਗਨਨਾਥਪੁਰੀ ਮੰਦਿਰ ਦੇ ਵਿੱਚ ਪਾਣੀ ਭਰ ਗਿਆ ਸੀ, ਬਚਾਅ ਕਾਰਜਾਂ ਦੌਰਾਨ ਵੀ ਜਿਹੜੀ ਪੁਲਿਸ ਤੇ ਫੌਜ ਹੈ ਉਹ ਜੋੜੇ ਲੈ ਕੇ ਜੁੱਤੀਆਂ ਸਣੇ ਜਗਨਨਾਥਪੁਰੀ ਮੰਦਿਰ ਵਿੱਚ ਨਹੀਂ ਜਾ ਸਕਦੀ, ਇਹ ਸੁਪਰੀਮ ਕੋਰਟ ਦਾ ਆਰਡਰ ਹੈ। ਤੇ ਉੱਥੇ ਹੀ ਇੱਕ ਜੱਜ ਨੇ ਇਹ ਸਵਾਲ ਖੜਾ ਕੀਤਾ, ਵਕੀਲ ਨੇ ਇੱਕ ਨੇ ਇਹ ਸਵਾਲ ਖੜਾ ਕੀਤਾ ਵੀ ਦਰਬਾਰ ਸਾਹਿਬ ਦੇ ਵਿੱਚ 1955, 84, 86 ਤੇ 88 ਵਿੱਚ 4 ਵਾਰ ਪੁਲਿਸ ਤੇ ਫੌਜ ਜਿਹੜੀ ਹੈ ਜੁੱਤੀਆਂ ਸਮੇਤ ਟੈਂਕਾਂ ਤੋਪਾਂ ਨਾਲ ਮਾਰਦਿਆਂ ਹੋਇਆਂ ਅੰਦਰ ਵੜ ਗਈ, ਤੇ ਇਹ ਫਿਰ ਕਿਸ ਤਰ੍ਹਾਂ ਤੁਹਾਡਾ ਫੈਸਲਾ ਹੋਇਆ?
ਉਹਦੇ ਬਾਰੇ ਸੁਪਰੀਮ ਕੋਰਟ ਕਿਉਂ ਨਹੀਂ ਕਹਿੰਦੇ? ਸੁਪਰੀਮ ਕੋਰਟ ਦੇ ਜੱਜਾਂ ਦੀ ਜੱਜਮੈਂਟ ਸੀ ਉਸ ਵੇਲੇ, ਅਖਬਾਰਾਂ ਦੀਆਂ ਸੁਰਖੀਆਂ ਵੀ ਬਣੀਆਂ ਕਿ ਦੋਨਾਂ ਦੀ ਆਪਸ ਵਿੱਚ ਤੁਲਨਾ ਨਾ ਕਰੋ। ਇੱਥੇ ਘੱਟ ਗਿਣਤੀ ਕੌਮਾਂ ਦੇ ਲਈ ਕਾਨੂੰਨ ਹੋਰ ਚੱਲਦਾ ਹੈ ਤੇ ਜਿਹੜੀਆਂ ਵੱਧ ਗਿਣਤੀ ਕੌਮਾਂ ਜਿਹੜੀ ਮੈਜੋਰਟੀ ਹੈ ਉਹਦੇ ਲਈ ਇਸ ਦੇਸ਼ ਦਾ ਕਾਨੂੰਨ ਜਿਹੜਾ ਹੈ ਉਹ ਕਿਸੇ ਹੋਰ ਵੇ ਨਾਲ ਚੱਲਦਾ। ਇਹ ਦੇਸ਼ ਜਿਹੜਾ ਘੱਟ ਗਿਣਤੀ ਕੌਮਾਂ ਨੂੰ 2 ਨੰਬਰ ਦੇ ਸ਼ਹਿਰੀ ਸਮਝਦਾ। ਜਿਸ ਤਰ੍ਹਾਂ ਮੈਂ ਇੱਕ ਹੋਰ ਤੁਹਾਨੂੰ ਤਾਜ਼ਾ ਉਦਾਹਰਨ ਦੇ ਦਿੰਦਾ, ਤੁਸੀਂ 1947 ਤੋਂ ਲੈ ਕੇ ਹੁਣ ਤੱਕ ਇਸ ਦੇਸ਼ ਦੇ ਵਿੱਚ ਜਿੰਨੇ ਵੀ ਖਤਰਨਾਕ ਕਾਨੂੰਨ ਬਣੇ ਆ, ਚਾਹੇ ਉਹ ਪੋਟਾ, ਚਾਹੇ ਮਕੋਕਾ ਬਣਿਆ, ਚਾਹੇ ਹੁਣ UAPA ਆ, ਇਹ ਜਿਹੜੇ ਆ ਇਹਨਾਂ ਨੂੰ ਨਾ ਤਾਂ NIA ਨੂੰ ਇਹਦੀ ਜਾਂਚ ਦਿੱਤੀ ਹੋਈ ਹੈ, ਨਾ ਤਾਂ NIA ਨੂੰ ਕਿਸੇ ਅਦਾਲਤ ਦਾ ਡਰ ਹੈ, ਨਾ ਉਹਨੂੰ ਕਿਸੇ ਥਾਣੇ ਦਾ ਡਰ ਹੈ। ਉਹ ਕਿਸੇ ਵੀ ਆਦਮੀ, ਬੀਬੀ, ਭਾਈ, ਬਜ਼ੁਰਗ ਨੂੰ ਚੱਕ ਕੇ ਉਹਨੂੰ ਜੇਲ੍ਹ 'ਚ ਸੁੱਟ ਕੇ ਉਹਨੂੰ ਅੱਤਵਾਦੀ ਗਰਦਾਨ ਕਰ ਸਕਦੀ ਹੈ। ਮਤਲਬ 2-3 ਸਾਲ ਦਾ ਜੱਜ ਫਾਈਲ ਵੀ ਨਹੀਂ ਦੇਖਦਾ ਉਹਨਾਂ ਦੀ। ਤੇ ਹੁਣ ਪਰ ਮੇਰੇ ਕਹਿਣ ਤੋਂ ਸਵਾਲ ਇਹ ਹੈ ਵੀ ਇਸ ਮੁਲਕ ਦੇ ਵਿੱਚ ਜਿਹੜੀ ਜਿਸ ਤਰ੍ਹਾਂ ਪਹਿਲਾਂ ਗੱਲ ਕਰਦੇ ਸੀਗੇ ਵੀ 80% ਤੋਂ ਉੱਪਰ ਕੁਰਬਾਨੀਆਂ ਜਿਹੜੀਆਂ 90% ਦੇ ਆਸ-ਪਾਸ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ 1947 'ਚ ਤੋਂ ਪਹਿਲਾਂ ਇਸ ਮੁਲਕ ਨੂੰ ਯਾਦ ਕਰਾਉਣ 'ਚ। ਤੇ ਕੀ ਅਸੀਂ 1947 ਤੋਂ ਬਾਅਦ ਵਿੱਚ ਸਾਰੇ ਸਿੱਖ ਅੱਤਵਾਦੀ ਹੋ ਗਏ? 1947 ਤੋਂ ਲੈ ਕੇ ਹੁਣ ਤੱਕ ਚਾਹੇ ਪੋਟਾ, ਮਕੋਕਾ, ਚਾਹੇ UAPA ਹੈ, ਸਿੱਖਾਂ ਔਰ ਮੁਸਲਮਾਨਾਂ ਉੱਪਰ ਹੀ ਕਿਉਂ ਲੱਗਾ? ਇੱਕ ਵੀ ਹਿੰਦੂ ਉੱਪਰ ਕਿਉਂ ਨਹੀਂ ਲੱਗਾ? ਉਹ ਸਾਰੇ ਦੇਸ਼ ਭਗਤ ਨੇ। ਜਦ ਕਿ ਨਵੰਬਰ 84, ਜੂਨ 84 ਸਾਨੂੰ ਦੇਣ ਵਾਲੇ ਇਸ ਇੰਡੀਅਨ ਸਟੇਟ ਦੇ ਬੰਦੇ, ਗੋਧਰਾ ਦੇ ਵਿੱਚ 2003 ਦੇ ਵਿੱਚ ਮੁਸਲਮਾਨ ਨਾਲ ਕਤਲੇਆਮ ਕਰਨ ਵਾਲੇ ਉਹ ਕੌਣ ਲੋਕ ਨੇ? ਉੜੀਸਾ ਦੇ ਵਿੱਚ 2007-08 ਦੇ ਵਿੱਚ ਗਿਰਜਾਘਰ ਸਾੜਨ ਵਾਲੇ ਕੌਣ ਲੋਕ ਨੇ? ਮੁਜ਼ੱਫਰਨਗਰ ਦੇ ਵਿੱਚ 2015 ਦੇ ਵਿੱਚ ਮੁਸਲਮਾਨਾਂ ਨਾਲ ਧੱਕਾ ਕਰਨ ਵਾਲੇ ਕੌਣ ਲੋਕ ਨੇ? ਹੁਣ ਤੱਕ ਦਲਿਤ ਨਾਲ ਪੂਰੇ ਭਾਰਤ ਵਿੱਚ ਧੱਕਾ ਹੁੰਦਾ ਆ ਰਿਹਾ, ਉਹ ਧੱਕਾ ਕਰਨ ਵਾਲੇ ਕੌਣ ਲੋਕ ਨੇ? ਜਾਂ ਫਿਰ ਜਿਹਨਾਂ ਨੇ ਬਾਬਰੀ ਮਸਜਿਦ ਗਿਰਾਈ ਸੀਗੀ ਉਹ ਕੌਣ ਲੋਕ ਨੇ? ਉਹ ਅੱਤਵਾਦੀ ਨਹੀਂ? ਇਸ ਦੇਸ਼ ਦੇ ਵਿੱਚ ਉਹਨਾਂ ਨੂੰ ਅੱਤਵਾਦੀ ਕਿਉਂ ਨਹੀਂ ਗਰਦਾਨਿਆ ਗਿਆ? ਕਰਨਲ ਪੁਰੋਹਿਤ ਤੇ ਸਾਧਵੀ ਪ੍ਰਗਿਆ ਜਿਹੜੀ ਹੈ, ਉਹਨਾਂ ਨੇ ਗੋਰੇਗਾঁव ਤੇ ਮਾਲੇਗਾঁव ਬੰਬ ਬਲਾਸਟ ਦੇ ਵਿੱਚ ਉਹਨਾਂ ਦਾ ਪੂਰਾ ਇਨਵੋਲਵੇਸ਼ਨ ਸੀਗਾ, ਪਰ ਕਿਸੇ ਵੀ ਭਾਰਤੀ ਸਰਕਾਰ ਨੇ ਕਿਹਾ ਵੀ ਉਹ ਅੱਤਵਾਦੀ ਹੈ। ਤੇ ਜਦ ਕਿ ਸਿੱਖ ਦੇ ਮਾਮਲੇ ਦੇ ਵਿੱਚ, ਚਾਹੇ ਕੋਈ ਮੁਸਲਿਮ ਦੇ ਮਾਮਲੇ ਦੇ ਵਿੱਚ, ਜਦੋਂ ਇਹ ਕਿਸੇ ਨੂੰ ਫੜ ਲੈਂਦੇ ਆ ਤੇ ਇਹ ਦੱਸੋ ਵੀ ਚੈਨਲਸ ਤੇ ਅਖਬਾਰਾਂ ਨੂੰ ਅਧਿਕਾਰ ਹੈ ਕਿਹਨੇ ਦਿੱਤਾ? ਇਹਦਾ ਕੰਮ ਹੁੰਦਾ ਜੱਜ ਦਾ ਫੈਸਲਾ, ਜੱਜ ਦਾ ਕੰਮ ਹੁੰਦਾ ਫੈਸਲਾ ਕਰਨਾ ਵੀ ਇਹ ਅੱਤਵਾਦੀ ਹੈ ਜਾਂ ਨਹੀਂ ਆ। ਪਰ ਇੱਥੇ ਸਾਰੇ ਚੈਨਲ ਕਹਿਣਗੇ ਜੀ ਖਾਲਿਸਤਾਨੀ ਅੱਤਵਾਦੀ ਫੜਿਆ ਗਿਆ। ਸੋ ਇਸ ਦੇਸ਼ ਦਾ ਕਾਨੂੰਨ ਹੀ ਨਹੀਂ ਸਾਡੇ ਲਈ ਹੱਕ ਵਿੱਚ ਹੈਗਾ। ਉਹਨਾਂ ਨੇ ਉਹੀ ਕੰਮ ਕਰਨਾ ਜਿਹੜਾ ਸਾਡੇ ਦਿਲ ਤੇ ਸੱਟ ਮਾਰਦਾ ਹੋਵੇ, ਸਿੱਖਾਂ ਦੇ ਉੱਤੇ ਜਿਹੜਾ ਘੱਟ ਗਿਣਤੀ ਕੌਮਾਂ ਦੇ ਸੱਟ ਮਾਰਦਾ ਦਿਲ ਤੇ, ਉਹ ਕੰਮ ਕਰ ਰਹੇ ਨੇ। ਹੁਣ ਉਹ ਇਹਨਾਂ ਨੇ ਹੱਥ ਪਾ ਲਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਉਤਾਰਨ ਦੇ ਮਾਮਲੇ 'ਚ। ਬਿਲਕੁਲ ਇਤਰਾਜ਼ ਜ਼ਰੂਰ ਹੈਗਾ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਵੀ ਅੱਜ ਸਮਰਥਨ ਜਿਹੜਾ ਸਿੱਖ ਜਥੇਬੰਦੀਆਂ ਨੂੰ ਦਿੱਤਾ ਹੈ। ਕਿਸਾਨ ਔਰ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਪ੍ਰੋਟੈਸਟ ਦਾ ਕੀਤਾ ਹੈ। ਜਥੇਬੰਦੀਆਂ ਕਿਵੇਂ ਦੇਖ ਰਹੀਆਂ ਇਸ ਪੂਰੇ ਮੁੱਦੇ? ਦੇਖੋ ਜੀ, ਇਹ ਬਹੁਤ ਗੰਭੀਰ ਮੁੱਦਾ ਆ ਔਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਚੇਤਾਵਨੀ ਦਿੰਦੀਆਂ ਇਸ ਗੱਲ 'ਤੇ ਕਿ ਇਹਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾਵੇ। ਇਹ ਸਾਡੇ ਧਰਮ ਦਾ ਵੀ ਵਿਸ਼ਾ ਹੈ। ਅਸੀਂ ਕਿਸਾਨ ਵੀ ਹਾਂ ਤੇ ਧਾਰਮਿਕ ਵੀ ਹਾਂ। ਸਾਡੇ ਵਿੱਚ ਦੋ ਚੀਜ਼ਾਂ ਨਹੀਂ ਇਹ ਚੱਲਦੀਆਂ ਕਿ ਅਸੀਂ ਕਿਸਾਨ ਜਿਹੜੇ ਉਹ ਧਾਰਮਿਕ ਨਹੀਂ ਹੋ ਸਕਦੇ। ਜਥੇਬੰਦੀ ਕਿਸੇ ਨਾ ਕਿਸੇ ਧਰਮ ਨੂੰ ਬਿਲੋਂਗ ਕਰਦੀ ਹੈ ਔਰ ਉਹਦੇ ਵਿੱਚ ਉਹ ਵਿਸ਼ਵਾਸ ਰੱਖਦੀ ਹੈ। ਔਰ ਜਿਹੜੇ ਸਾਡੇ ਨਾਇਕ ਆ, ਜੋ ਸਾਡੇ ਰੋਲ ਮਾਡਲ ਆ, ਉਹਨਾਂ ਉੱਤੇ ਅਗਰ ਇਹੋ ਜਿਹੇ ਹਮਲੇ ਹੋਏ ਤਾਂ ਇਹ ਬਹੁਤ ਖਤਰਨਾਕ ਹੈ। ਇਹਦੇ ਸਿੱਟੇ ਬਹੁਤ ਗੰਭੀਰ ਨਿਕਲ ਗਏ। ਇਹ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਹਨੇ ਛੋਟੀਆਂ ਹਰਕਤਾਂ ਕਰਕੇ ਤੇ ਇਹਨਾਂ ਨੂੰ ਸਿੱਖਾਂ ਨੂੰ ਨਾ ਚਿੜਾਇਆ ਜਾਏ ਔਰ ਇਹਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਜਾਏ ਕਿ ਇਹ ਕਿਹੋ ਜਿਹਾ ਮੁੱਦਾ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਦੇ ਰਹੇ ਆ। 47 ਤੋਂ ਲੈ ਕੇ ਹੁਣ ਤੱਕ ਸਾਨੂੰ ਤਾਂ ਹਾਲੇ ਪਿਛਲਾ ਸਮਾਂ ਹੀ ਨਹੀਂ ਭੁੱਲਿਆ ਤੇ ਸਾਨੂੰ ਨਵੇਂ ਸਿਰਿਓਂ ਫਿਰ ਇਹ ਜਿਹੜੀਆਂ ਸਰਕਾਰਾਂ ਆ ਰਹੀਆਂ, ਕਦੀ BSF ਨੂੰ ਦੇ ਦਿੱਤਾ 50 ਕਿਲੋਮੀਟਰ, ਕਦੀ ਕਿਸੇ ਨੂੰ ਦੇ ਦਿੱਤਾ। ਇਹ ਕੀ ਸਾਡੇ ਨਾਲ ਮਜ਼ਾਕ ਕਰ ਰਹੇ? ਕਿੱਥੇ ਸਾਨੂੰ ਰੱਖ ਲਾਂਗੇ? ਇੱਥੇ ਦਾ ਇੱਕ ਉਹੀ ਚੱਲਣਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਅਗਰ ਸਾਨੂੰ ਉੱਧਰ ਨੂੰ ਮਜਬੂਰ ਕਰਨਗੇ ਤੇ ਉਹ ਰਸਤਾ ਸਾਡੇ ਵਾਸਤੇ ਖੁੱਲ੍ਹੇਗਾ। ਉਸ ਵਾਸਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਇਸ ਸਬਜੈਕਟ ਨੂੰ ਸਮੇਟਿਆ ਜਾਵੇ। ਇਹਨੂੰ ਜਿੰਨੀ ਵੀ ਜਲਦੀ ਹੋ ਸਕੇ ਇਹਦਾ ਹੱਲ ਕੱਢਿਆ ਜਾਵੇ ਔਰ ਇਹਦਾ ਪੂਰਨਤਿਆ ਨੂੰ ਬੰਦ ਕੀਤਾ ਜਾਵੇ ਕਿ ਕਿਸੇ ਦੇ ਧਰਮ ਦੇ ਨਾਲ ਇਹੋ ਜਿਹੀ ਛੇੜਖਾਨੀ ਨਾ ਕੀਤੀ ਜਾਵੇ। ਵਾਹਿਗੁਰੂ। ਅੱਛਾ ਗੁਰਨਾਮ ਸਿੰਘ ਜੀ, ਲੱਗਦਾ ਨਹੀਂ ਮਸਲੇ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਮਾਹੌਲ ਖਰਾਬ ਹੋ ਸਕਦਾ ਹੈ। ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਸਰਕਾਰੀ ਮੁਲਾਜ਼ਮ ਨੇ ਵਿਚਾਰੇ ਮਜਬੂਰ ਹੋਣਗੇ, ਪਰਿਵਾਰ ਚਲਾ ਰਹੇ ਨੇ, ਤਾਂ ਵਿਚਲਾ ਹੱਲ ਹੋਣਾ ਚਾਹੀਦਾ। ਇਹਦਾ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਤਾਲਮੇਲ ਸਰਕਾਰ ਦੇ ਨਾਲ ਬਣਿਆ? ਦੇਖੋ, ਅਸੀਂ ਤਾਂ ਆਪਣੀ ਗੱਲ ਕਹੀ ਹੋਈ ਹੈ। ਮਤਲਬ ਲਗਾਤਾਰ ਅੱਜ ਚੌਥਾ ਦਿਨ ਹੈਗਾ, ਬਠਿੰਡੇ ਦੀ ਗੱਲ ਆ, ਫਿਰ ਪਰਸੋਂ ਹੁਸ਼ਿਆਰਪੁਰ ਹੋਈ ਹੈਗੀ ਆ। ਅਸਲ ਦੇ ਵਿੱਚ ਜਿਹੜੇ ਪੋਲੀਟੀਕਲ ਸਰਕਾਰਾਂ ਨੇ, ਸਰਕਾਰਾਂ ਦੇ ਪੋਲੀਟੀਕਲ ਏਜੰਡੇ ਹੁੰਦੇ ਨੇ। ਸਰਕਾਰਾਂ ਜਾਣ ਬੁੱਝ ਕੇ ਇਸ ਤਰੀਕੇ ਦੇ ਮਸਲੇ ਉਛਾਲਦੀਆਂ ਨੇ ਕਿ ਜਾਤ ਪਾਤ ਦੇ ਵਿੱਚ ਹਿੰਦੂ ਸਿੱਖ ਨੂੰ, ਮੁਸਲਮਾਨ ਨੂੰ ਆਪਸ ਵਿੱਚ ਲੜਾ ਕੇ ਆਪਣੀ ਵੋਟ ਦੀ ਰਾਜਨੀਤੀ ਖੇਡਦੇ ਨੇ।
ਇਹ ਸਾਡੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਆ ਕਿ ਇਹ ਸਰਕਾਰਾਂ ਜਿਹੜੀਆਂ ਨੇ ਕਿਸੇ ਮਿੱਤ ਦੀ ਹੁੰਦੀਆਂ, ਕਿਸੇ ਦੀਆਂ ਇਸੇ ਹੀ ਦੇਖੋ ਤੁਸੀਂ ਇਹ ਆਪ ਦਾ ਜਿਹੜਾ ਇੱਕ ਬੀਬਾ ਚਿਹਰਾ ਆ, ਇਹ ਕੇਜਰੀਵਾਲ ਜਿਹੜਾ ਦਿੱਲੀ ਤੋਂ ਆਇਆ ਹੋਇਆ ਆ, ਬੰਬੇ ਦੇ ਵਿੱਚ ਇੱਕ ਜੰਗਲ ਨੂੰ ਬਚਾਉਣ ਦੇ ਲਈ ਆਪ ਉੱਥੇ ਹਾਂ ਦਾ ਨਾਰਾ ਮਾਰ ਰਹੀ ਆ। ਇੱਕ ਜੰਗਲ ਪੰਜਾਬ ਦੇ ਵਿੱਚ ਮੱਤੇਵਾੜਾ ਦਾ ਜੰਗਲ ਹੈਗਾ, ਜਿੱਥੇ ਜਦੋਂ ਸੱਤਾ ਵਿੱਚ ਇਹ ਨਹੀਂ ਸੀ, ਇਹ ਉੱਥੇ ਹਾਂ ਦਾ ਨਾਰਾ ਮਾਰ ਰਹੇ ਸੀ ਪੂਰਾ ਆਪਣਾ ਲਾਣਾ ਨਾਲ ਲੈ ਕੇ ਭਗਵੰਤ ਮਾਨ। ਅਤੇ ਅੱਜ ਜਦੋਂ ਇਹ ਸੱਤਾ ਵਿੱਚ ਬੈਠੇ ਨੇ, ਉਹੀ ਜਿਹੜੀ ਗੱਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਆਇਆ ਸੀ, ਇਹ ਉਹਦੇ 'ਤੇ ਮੋਹਰ ਲਾ ਕੇ ਉਹਨੂੰ ਮਤੇ ਨੂੰ ਪਾਸ ਕਰਕੇ ਉਹਨੂੰ ਪ੍ਰੈਕਟੀਕਲ ਜਿਹੜਾ ਕਰਨ ਦੇ ਲਈ ਤੁਰੇ ਹੋਏ ਨੇ। ਇਹ ਜਿਹੜੀ ਸਰਕਾਰਾਂ ਨੇ ਇਹ ਬਹੁਤ ਗੰਦੀ ਰਾਜਨੀਤੀ ਕਰਦੀਆਂ ਨੇ, ਸਾਡੇ ਲੋਕ ਇਹਦੇ ਵਿੱਚ ਫਸ ਜਾਂਦੇ ਨੇ। ਇਹਦਾ ਚਿਹਰਾ ਜਿਹੜਾ ਅਸੀਂ ਇਲੈਕਸ਼ਨ ਤੋਂ ਪਹਿਲਾਂ ਦਾ ਇਹਨਾਂ ਨੂੰ ਨੰਗਾ ਕਰਨ ਲੱਗੇ ਹੋਏ ਨੇ, ਜਿਹੜਾ 3 ਮਹੀਨੇ ਦੇ ਵਿੱਚ ਬਹੁਤ ਕੁਝ ਸਾਹਮਣੇ ਨਿਖਰ ਕੇ ਆ ਚੁੱਕਾ ਆ। ਸਰਕਾਰਾਂ ਇਹ ਤੁਸੀਂ ਕਹਿ ਰਹੇ ਹੋ ਕਿ ਇਹ ਮਾਹੌਲ ਖਰਾਬ ਹੋ ਸਕਦਾ, ਕਰ ਕੌਣ ਰਿਹਾ ਆ ਕਿ ਅੱਜ ਤੱਕ ਕਿਸੇ ਸਿੱਖ ਜਥੇਬੰਦੀ ਨੇ, ਕਿਸੇ ਕਿਸਾਨ ਜਥੇਬੰਦੀ ਨੇ ਕਿਸੇ ਨੂੰ ਇਹ ਗੱਲ ਜਾ ਕੇ ਕਹੀ ਕਿ ਅਸੀਂ ਧੱਕੇ ਦੇ ਨਾਲ ਤੁਹਾਡੀ ਗੱਡੀ ਦੇ ਉੱਪਰ ਸਟicker ਲਾਣਾ ਆ। ਕਿਸਾਨੀ ਸੰਘਰਸ਼ ਸਿਰੇ ਦੇ ਉੱਪਰ ਚੱਲਿਆ ਹੈ, ਦੁਨੀਆ ਦੇ ਵਿੱਚ ਚੱਲਿਆ ਹੈ ਕਿ ਕਿਸੇ ਨੇ ਜਾ ਕੇ ਕਿਸੇ ਨੂੰ ਕਿਹਾ ਕਿ ਤੇਰੀ ਗੱਡੀ ਤੇ ਝੰਡਾ ਨਹੀਂ ਲੱਗਾ ਭਾਈ, ਤੇਰੀ ਗੱਡੀ ਤੇ ਅਸੀਂ ਝੰਡਾ ਧੱਕੇ ਨਾਲ ਲਾਵਾਂਗੇ, ਨਹੀਂ ਕਿਹਾ ਕਿਸੇ ਨੇ। ਜਦੋਂ ਕਿਸੇ ਵੀ ਪ੍ਰੋਬਲਮ ਸਰਕਾਰ ਕ੍ਰੀਏਟ ਕਰਦੀ, ਜਾਂ ਅੱਜ ਸਰਕਾਰ ਧੱਕੇ ਦੇ ਨਾਲ ਲਹਾ ਰਹੀ ਹੈ, ਸਰਕਾਰ ਨੂੰ ਪਹਿਲਾਂ ਕਲੀਅਰ ਹੁੰਦਾ ਹੈ, ਸਰਕਾਰ ਨੂੰ ਪਤਾ ਹੈ ਕਿ ਸਿੱਖ ਜਿਹੜਾ ਇਹ ਚੀਜ਼ ਜਰ ਨਹੀਂ ਸਕਦਾ ਹੈ, ਇਹ ਜਾਣ ਕੇ ਇਸ ਤਰੀਕੇ ਦੇ ਮੁੱਦੇ ਲੈ ਕੇ ਆਉਂਦੀਆਂ ਨੇ। ਅਸੀਂ ਤਾਂ ਇਹ ਗੱਲ ਬਾਰ-ਬਾਰ ਕਹਿ ਰਹੇ ਕਿ ਜੇ ਮਾਹੌਲ ਵਿਗੜਦਾ ਹੈ, ਕੋਈ ਵੀ ਕਿਸੇ ਵੀ ਤਰੀਕੇ ਦਾ ਨੁਕਸਾਨ ਹੁੰਦਾ, ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ, ਕਿਉਂਕਿ ਪੰਜਾਬ ਸਰਕਾਰ ਦੇ ਅੱਜ ਵੀ ਹੱਥ ਵਿੱਚ ਆ। ਅੱਜ ਵੀ ਉਹ ਅਗਰ ਫੈਸਲਾ ਵਾਪਸ ਲੈਂਦੀ ਹੈ ਤਾਂ ਜੋ ਜਿੱਦਾਂ ਚੱਲ ਰਿਹਾ ਸਮੂਥਲੀ ਇਵੇਂ ਹੀ ਚੱਲੇਗਾ। ਇਹਦੀ ਲਾਭ ਆ ਕੇ ਜ਼ਿੰਮੇਵਾਰ ਸਰਕਾਰ ਹੈ, ਸਰਕਾਰ ਨੂੰ ਸੋਚ ਸਮਝ ਕੇ ਲੋਕਾਂ ਦੇ ਹਿੱਤ ਵਿੱਚ ਜਿਹੜਾ ਪੰਜਾਬ ਦਾ ਉਹ ਫੈਸਲਾ ਲੈਣਾ। ਇੱਕ ਸਵਾਲ ਮੇਰਾ ਤੁਹਾਡੇ ਤੋਂ ਆ, ਆਪਾਂ ਬੱਸਾਂ ਦੇ ਵਿੱਚ ਦੇਖਦੇ ਹਾਂ ਅਕਸਰ ਗੁਰਬਾਣੀ ਵੀ ਲਿਖੀ ਹੁੰਦੀ ਹੈ, ਆਪਾਂ ਸਾਈਡਾਂ ਦੇ ਉੱਤੇ ਪੜ੍ਹ ਲੈਂਦੇ ਹਾਂ, ਫਰੰਟ ਸ਼ੀਸ਼ਿਆਂ ਦੇ ਉੱਤੇ ਪੜ੍ਹ ਲੈਂਦੇ ਆ, ਔਰ ਉਸੇ ਬੱਸ ਦੇ ਵਿੱਚ ਕਈ ਵਾਰ ਬੰਦਾ ਡਰਿੰਕ ਕਰਕੇ ਵੀ ਚੜ੍ਹਦਾ, ਬੰਦਾ ਕਿਸੇ ਨਸ਼ੇ ਦਾ ਸੇਵਨ ਕਰਕੇ ਵੀ ਚੜ੍ਹਦਾ। ਕਦੇ ਜਥੇਬੰਦੀਆਂ ਦੇ ਵੱਲੋਂ ਇਸ ਚੀਜ਼ ਵੱਲ ਧਿਆਨ ਦਿੱਤਾ ਗਿਆ ਕਿ ਉਸ ਜਗ੍ਹਾ ਦੇ ਉੱਤੇ ਗੁਰਬਾਣੀ ਦਾ ਨਰਾਦਰ ਹੁੰਦਾ, ਜਿੱਥੋਂ ਨਸ਼ੇ ਵਾਲੇ ਕਮਰਾ ਬੱਸ ਇੱਕ ਕਮਰੇ ਦੇ ਰੂਪ ਦੇ ਵਿੱਚ ਹੈ, ਉੱਥੇ ਕਿਵੇਂ ਆਪਾਂ ਕਰ ਸਕਦੇ? ਬਿਲਕੁਲ ਇਹ ਤੁਸੀਂ ਦੱਸਿਆ ਸਾਨੂੰ, ਇਹ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2015 ਤੋਂ ਇਹ ਹੁਕਮਨਾਮੇ ਜਾਰੀ ਹੋਏ ਆ ਵੀ ਕਿਸੇ ਵੀ ਗੱਡੀਆਂ ਤੇ, ਟਰਾਲੀਆਂ ਤੇ, ਮੋਟਰਸਾਈਕਲਾਂ ਤੇ ਕਿਤੇ ਵੀ ਗੁਰਬਾਣੀ ਦੀ ਕਿਤੇ ਵੀ ਪੰਕਤੀ ਕੋਈ ਲਿਖ ਨਹੀਂ ਸਕਦਾ। ਤੁਹਾਡਾ ਕੀ ਐਕਸ਼ਨ ਰਿਹਾ ਇੰਨੀ ਦੇਰ ਦਾ? ਤੇ ਆਪਾਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਵੱਲੋਂ ਕਾਫੀ ਆਪਾਂ ਜਿਹੜੇ ਹੈਗੇ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੰਜਾਬ ਲੈਵਲ ਤੇ ਜਿਹੜੀਆਂ ਉਹ ਪੰਕਤੀਆਂ ਜਿਹੜੀਆਂ ਆ ਆਪਾਂ ਸਾਫ਼ ਕਰਾਈਆਂ, ਤੇ ਆਪਾਂ ਅੱਗੇ ਤੋਂ ਅਗਾਹ ਵੀ ਕੀਤਾ ਵੀ ਇਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀ ਦੀਆਂ ਉਹ ਨਾ ਲਿਖੀਆਂ ਜਾਣ, ਬੇਅਦਬੀ ਹੁੰਦੀ। ਬਿਲਕੁਲ ਸਹੀ ਆ। ਹਾਂਜੀ, ਇਹ ਤਾਂ ਬਹੁਤ ਵੱਡਾ ਮੁੱਦਾ ਹੈ। ਇਹ ਤਾਂ ਕਦੀ ਵੀ ਮੈਂ ਅੱਜ ਤੱਕ ਸਪਸ਼ਟ ਤੌਰ ਦੇ ਉੱਤੇ ਆਪਾਂ ਕਿਤੇ ਨਹੀਂ ਦੇਖਿਆ ਜਥੇਬੰਦੀ ਕਿਤੇੋਂ ਉਸ ਚੀਜ਼ ਨੂੰ ਉਤਰਵਾ ਰਹੀ ਹੋਵੇ। ਤਾਂ ਅੱਜ ਵੀ ਇਹ ਇੱਕ ਪੱਖ ਤਾਂ ਇਹ ਵੀ ਵਿੱਚ ਹੈਗਾ ਨਾ ਵੀ ਜੋ ਗੁਰਬਾਣੀ ਲਿਖੀ ਹੈ ਤਾਂ ਸਾਨੂੰ ਆਪ ਹੀ ਨਹੀਂ ਸਤਿਕਾਰ ਕਰ ਰਹੇ, ਫਿਰ ਲੋਕ ਕਿਵੇਂ ਕਰਨ? ਹਾਂਜੀ ਹਾਂਜੀ ਬਿਲਕੁਲ ਜੀ। ਜਿਹੜੀ ਮਤਲਬ ਗੁਰਬਾਣੀ ਦੀ ਗੱਲ ਵੱਖਰੀ ਹੈ, ਜਿਹੜੀ ਫੋਟੋ ਵਾਲੀ ਜਿਹੜੀ ਆ ਸੰਤਾਂ ਦੀ ਸਾਡੀ ਉਹ ਗੱਲ ਵੱਖਰੀ ਆ। ਉਹਨਾਂ ਨੂੰ ਉਹ ਵੀ ਤਾਂ ਸਾਡੇ ਲਈ ਬਹੁਤ ਵੱਡੀ ਸ਼ਖਸੀਅਤ ਨੇ, ਉਹ ਵੀ ਤਾਂ ਫਿਰ ਉਹਦੇ ਵਿੱਚ ਵੀ ਤਾਂ ਸ਼ਰਾਬੀ ਚੜ੍ਹਦੇ ਹੀ ਨੇ। ਇੰਨੀ ਪਵਿੱਤਰ ਆਪਾਂ ਕਿਵੇਂ ਕਰ ਸਕਦੇ? ਨਹੀਂ, ਫੋਟੋ ਦੀ ਤਾਂ ਕੋਈ ਵੈਸੇ ਏਡੀ ਵੱਡੀ ਬੇਅਦਬੀ ਹੈ ਨਹੀਂ। ਆਪਾਂ ਘਰਾਂ 'ਚ ਵੀ ਫੋਟੋਆਂ ਲਾਈਆਂ ਆ, ਅਸੀਂ ਆਪਣੇ 10 ਗੁਰੂਆਂ ਦੀਆਂ ਵੀ ਫੋਟੋਆਂ ਲਾਈਆਂ ਆ, ਸ਼ਹੀਦਾਂ ਸਿੰਘਾਂ ਦੀਆਂ ਵੀ ਫੋਟੋ ਲਾਈਆਂ ਆ। ਕੋਈ ਜਿਹੜੀ ਫੋਟੋ ਦੀ ਕੋਈ ਬੇਅਦਬੀ ਨਹੀਂ ਹੁੰਦੀ। ਕਿਤੇ ਵੀ ਬੱਸਾਂ 'ਚ ਲੱਗ ਜਾਂਦੀਆਂ, ਕੋਈ ਅੱਗੇ ਲੱਗ ਜਾਂਦੀਆਂ ਫੋਟੋਆਂ ਅਗਲੇ ਪਾਸੇ ਲਾਈਆਂ ਹੁੰਦੀਆਂ ਡਰਾਈਵਰਾਂ ਨੇ, ਆਪਣੇ ਦੇਵੀ ਦੇਵਤਿਆਂ ਦੀ ਫੋਟੋਆਂ ਲਾਉਂਦੇ ਆ। ਕੋਈ ਜਿਹੜਾ ਜਿਹਨੂੰ ਚੰਗਾ ਪਸੰਦ ਕੋਈ ਕਰਦਾ ਆ, ਵਧੀਆ ਲੱਗਦਾ ਦਿਲ ਨੂੰ, ਉਹ ਸਾਰੇ ਨੇ ਫੋਟੋਆਂ ਲਾਈਆਂ। ਫੋਟੋ ਦੀ ਕੋਈ ਬੇਅਦਬੀ ਨਹੀਂ। ਇਸੇ ਤਰ੍ਹਾਂ ਦੀ ਜਿਹੜੀ ਬੇਅਦਬੀ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਹੈ, ਜਿਹੜੀ ਬਾਣੀ ਲਿਖੀਆਂ ਬੱਸਾਂ 'ਚ ਉਹਦੀ ਨਰਾਦਰ ਆ। ਉਹ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਵੀ ਕਿਸੇ ਸਿੱਖ ਨੇ ਗੁਰਬਾਣੀ ਦੀ ਕੋਈ ਵੀ ਪੰਕਤੀ ਆ ਵੀ ਗੱਡੀ ਮੋਟਰ ਤੇ ਕਿਸੇ ਨੇ ਕੋਈ ਲਿਖਾਣੀ ਨਹੀਂ। ਹਾਂਜੀ, ਮੰਨਦੇ ਹੋ ਨਾ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਧਿਆਨ ਬਹੁਤ ਘੱਟ ਦਿੱਤਾ ਗਿਆ। ਬੇਸ਼ੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਸੀਗਾ, ਪਰ ਉਸ ਹੁਕਮ ਦੇ ਉੱਤੇ ਅਮਲੀ ਜਾਮਾ ਨਹੀਂ ਬਣਾਇਆ ਗਿਆ। ਇਹਦੇ ਵਿੱਚ ਸਿੱਖ ਜਥੇਬੰਦੀਆਂ ਦੀ ਵੀ ਕਮਜ਼ੋਰੀ ਮੰਨਦਾ। ਬਿਲਕੁਲ ਜੀ, ਇਹ ਵੱਡੀ ਜਿਹੜੀ ਆ ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਾਲੇ ਸਾਰੇ ਕਰਨ। ਇਹ ਜਿਹੜੀ ਵੱਡੀ ਜਿਹੜੀ ਗੱਲ ਹੈ ਸ਼੍ਰੋਮਣੀ ਕਮੇਟੀ ਦੀ ਵੀ ਬਣਦੀ ਆ ਵੀ ਆਪ ਜਿਹੜੇ ਉਹ ਇਹ ਜਿਹੜੀ ਹੈਗੀ ਆ ਸੇਵਾਵਾਂ ਕਰਨ। ਉਹ ਤਾਂ ਤੁਸੀਂ ਹੁਣ ਕਮੇਟੀਆਂ ਜਥੇਬੰਦੀਆਂ ਤਾਂ ਹੀ ਬਣੀਆਂ ਜਦੋਂ ਕਿਤੇ ਲੂਪ ਹੋਲ ਲੱਭਦਾ ਹੈ, ਕੋਈ ਸਰਕਾਰ ਦੀ ਕੋਈ ਜਥੇਬੰਦੀ ਕਹਿ ਲਈਏ ਜਾਂ ਸਰਕਾਰੀ ਦਫ਼ਤਰ ਹੈਗਾ ਤਾਂ ਉਹਦੇ ਖਿਲਾਫ ਕੋਈ ਪ੍ਰੋਟੈਸਟ ਕਰਨ ਲਈ ਉੱਠ ਜਾਂਦਾ ਹੈ। ਮਾਈਨਿੰਗ ਦਾ ਮੰਨ ਲਓ ਇੱਕ ਉਦਾਹਰਨ ਹੈ, ਮਾਈਨਿੰਗ ਦਾ ਮੁੱਦਾ ਹੈਗਾ ਤਾਂ ਉਹਦੇ ਖਿਲਾਫ ਮਾਈਨਿੰਗ ਐਕਸ਼ਨ ਐਂਟੀ ਜਿਹੜੀਆਂ ਕਮੇਟੀਜ਼ ਬਣੀਆਂ ਹੋਈਆਂ ਨਾ, ਤਾਂ ਜਥੇਬੰਦੀਆਂ ਤੇ ਬਣੀਆਂ ਇਸੇ ਕੰਮ ਲਈ ਨੇ ਵੀ ਜੇ ਉਹ ਨਹੀਂ ਕਰ ਰਹੀਆਂ ਤਾਂ ਤੁਸੀਂ ਦੁਰਸਤ ਕਰਨਾ। ਬਿਲਕੁਲ ਜੀ, ਇਹ ਵੈਸੇ ਮੈਂ ਕਹਿੰਦਾ ਜਥੇਬੰਦੀਆਂ ਦੀ ਕੋਈ ਗੱਲ, ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਜਿਹੜੇ ਗੁਰਸਿੱਖ ਹੈਗੇ ਆ ਉਹਨਾਂ ਦਾ ਸਾਰਿਆਂ ਦਾ ਫਰਜ਼ ਬਣਦਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਤਿਕਾਰ ਕਰੀਏ, ਤੇ ਆਪਾਂ ਜਿਹੜੇ ਹੋਰ ਵੀ ਅੱਗੇ ਦੱਸੀਏ ਸਤਿਕਾਰ ਕਿੱਦਾਂ ਕਰਨਾ। ਉਹ ਸਮੇਂ-ਸਮੇਂ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਹੋਰ ਵੀ ਉਹ ਕਰਦੇ ਆ ਰਹੇ ਆ। ਫਿਰ ਇਹ ਆ ਵੀ ਮੀਡੀਆ ਤਾਂ ਆਪਾਂ ਕਦੀ ਨਹੀਂ ਵੱਡੇ ਪੱਧਰ ਤੇ ਦੱਸਿਆ,
ਸਾਨੂੰ ਨਹੀਂ ਲਿਆ ਗਿਆ ਵੱਡੇ ਪੱਧਰ ਦੇ ਵਿੱਚ। ਜਿੱਦਾਂ ਆਪਾਂ ਥੋੜਾ ਦੋ ਤਿੰਨ ਮਹੀਨੇ ਪਹਿਲਾਂ ਇੱਕ ਜਲੰਧਰ ਵਿੱਚ ਵੀ ਗੁਰਬਾਣੀ ਦੀ ਜਿਹੜੀ ਪਾਲਕੀ ਸਾਹਿਬ ਕਾਫੀ ਦੇਰ ਪੁਰਾਣੀ ਕਵਾੜਖਾਨੇ 'ਚ ਇੱਕ ਪਈ ਸੀਗੀ, ਤੇ ਹੋਰ ਵੀ ਉਹ ਕਿਤੇ ਬੱਸਾਂ ਤੇ ਲੱਗੀਆਂ ਸੀ, ਤੇ ਉਹ ਆਪਾਂ 2 ਮਹੀਨੇ ਪਹਿਲਾਂ ਦੀ ਗੱਲ ਵੱਡੇ ਪੱਧਰ ਤੇ ਸਾਰੇ ਜਲੰਧਰ ਵਿੱਚ ਮੀਡੀਆ ਵੀ ਸੀਗਾ ਥੋੜਾ ਆਇਆ ਉੱਥੇ, ਤੇ ਉਹ ਆਪਾਂ ਜਿਹੜੀਆਂ ਪੰਕਤੀਆਂ ਉਹ ਤੋਂ ਮਿਟਾ ਦਿੱਤੀਆਂ ਗਈਆਂ। ਇੱਕ ਅੰਮ੍ਰਿਤਸਰ 'ਚ ਵੀ 2 ਮਹੀਨੇ ਪਹਿਲਾਂ ਦੀ ਗੱਲ ਆ, ਜਿੱਥੇ ਕੋਈ ਬਾਥਰੂਮ ਕਰਦੇ ਉੱਥੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਸੀਗੀਆਂ। ਤੋ ਆਮ ਹੀ ਜਿਹੜੇ ਸਿੱਖ ਆ ਉਹਨਾਂ ਨੇ ਉੱਥੋਂ ਜਿਹੜੀ ਗੁਰਬਾਣੀ ਦੀਆਂ ਪੰਕਤੀਆਂ ਮਿਟਾ ਦਿੱਤੀਆਂ ਗਈਆਂ। ਕੋਈ ਇਦਾਂ ਨਹੀਂ ਕਹਿ ਸਕਦੇ ਆਪਾਂ ਵੀ ਇੱਕ ਸ਼੍ਰੋਮਣੀ ਕਮੇਟੀ ਕਰੇ ਜਾਂ ਇਕੱਲਾ, ਹਰੇਕ ਦਾ ਫਰਜ਼ ਬਣਦਾ ਜੀ ਆਪਣੀ ਆਪਣੀ ਸੇਵਾ ਇਹ ਕਰਨ। ਹਾਂਜੀ, ਬਿਲਕੁਲ ਚੰਗੀ ਗੱਲ ਹੈ ਵੀ ਜਿੱਥੇ ਗੁਰਬਾਣੀ ਦਾ ਨਿਰਾਦਰ ਹੁੰਦਾ ਤਾਂ ਉੱਥੇ ਹਰ ਸਿੱਖ ਦਾ ਫਰਜ਼ ਬਣਦਾ ਹੈ ਵੀ ਅਸੀਂ ਉਸ ਚੀਜ਼ ਨੂੰ ਰੋਕੀਏ। ਤਾਂ ਵੱਡਾ ਐਲਾਨ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਕਿ ਆਉਣ ਵਾਲੇ ਜਿਹੜਾ ਪਰਸੋਂ ਦੀ ਜ਼ਿਕਰ ਜਿਹੜਾ ਉਸ ਵਾਸਤੇ ਐਲਾਨ ਕੱਲ੍ਹ ਕੀਤਾ ਜਾਵੇਗਾ, ਜਗ੍ਹਾ ਦੱਸੀ ਜਾਵੇਗੀ ਕਿ ਕਿੱਥੋਂ ਜਿਹੜਾ ਹੈ ਜੋ ਇਹਨਾਂ ਦੇ ਵੱਲੋਂ ਐਲਾਨ ਹੈ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਹਵਾਰਾ ਹੋਰਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਸਰਕਾਰੀ ਬੱਸਾਂ ਤੇ ਲਗਾਵਾਂਗੇ। ਹਾਲਾਂਕਿ ਵਿਚਲਾ ਰਸਤਾ ਕੋਈ ਨਿਕਲਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸੁਖਾਵਾਂ ਬਣਿਆ ਰਹੇ। ਕੋਈ ਵੀ ਇੱਦਾਂ ਦੀ ਕੋਈ ਵੀ ਘਟਨਾ ਜਾਂ ਮਾਹੌਲ ਪੰਜਾਬ ਦੇ ਵਿੱਚ ਅਜਿਹਾ ਨਾ ਬਣੇ ਜਿਸ ਵਿੱਚ ਜਥੇਬੰਦੀਆਂ ਦੇ ਉੱਤੇ ਉਂਗਲ ਉੱਠੇ, ਸਰਕਾਰ ਦੇ ਉੱਤੇ ਉਂਗਲ ਉੱਠੇ, ਤਾਂ ਵਿਚਲਾ ਇੱਕ ਰਸਤਾ ਕੋਈ ਨਾ ਕੋਈ ਜ਼ਰੂਰ ਨਿਕਲਣਾ ਚਾਹੀਦਾ। ਫਿਲਹਾਲ ਇਹ ਵੀ ਸਪਸ਼ਟ ਕਰਦੇ ਹਾਂ, ਹੋ ਸਕਦਾ ਸ਼ੁਰੂਆਤ ਦੇ ਵਿੱਚ ਮੈਂ ਜਿਵੇਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਭਾਈ ਹਵਾਰਾ ਹੋਰਾਂ ਦੀਆਂ ਤਸਵੀਰਾਂ ਨਾ ਲਗਾਉਣ ਦੇ ਲਈ ਹੁਕਮ ਜਾਰੀ ਕੀਤੇ ਗਏ ਸੀਗੇ, ਤਾਂ ਉਹਦੇ ਵਿੱਚ ਬਾਈ ਨੇਮ ਨਹੀਂ ਸੀਗਾ ਉਸ ਲੈਟਰ ਦੇ ਵਿੱਚ ਕੁਝ ਸ਼ਬਦ ਲਿਖੇ ਗਏ ਸੀਗੇ। ਉਹਨਾਂ ਸ਼ਬਦਾਂ ਨੂੰ ਔਰ ਤੋਂ ਬਾਅਦ ਜਿਹੜਾ ਇੱਕ ਐਕਸ਼ਨ ਸਰਕਾਰ ਦੇ ਵੱਲੋਂ, ਜਿਵੇਂ ਭਾਈ ਸਾਹਿਬ ਦੱਸਦੇ ਨੇ ਵੀ ਆਪਾਂ ਉਸ ਦੇ ਸਬੂਤ ਵੀ ਸਾਡੇ ਕੋਲ ਨੇ ਕਿ ਸਰਕਾਰੀ ਬੱਸਾਂ ਦੇ ਉੱਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰੀ ਗਈ, ਭਾਈ ਹਵਾਰਾ ਹੋਰਾਂ ਦੀ ਤਸਵੀਰ ਉਤਾਰੀਆਂ ਗਈਆਂ। ਤਾਂ ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਰੋਸ ਹੈ, ਔਰ ਰੋਸ ਦੇ ਮੱਦੇਨਜ਼ਰ ਹੀ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਕਿ ਪਰਸੋਂ ਨੂੰ ਪੰਜਾਬ ਭਰ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰੀ ਬੱਸਾਂ ਦੇ ਉੱਤੇ ਜਿਹੜੇ ਪੋਸਟਰ ਜਿਹੜੇ ਨੇ ਉਹ ਲਗਾਏ ਜਾਣਗੇ। ਹਾਲਾਂਕਿ ਪੰਜਾਬ ਸਰਕਾਰ ਇਸ ਮੁੱਦੇ ਨੂੰ ਰੋਕਣ ਦੇ ਲਈ, ਮਾਹੌਲ ਨੂੰ ਚੰਗਾ ਰੱਖਣ ਦੇ ਲਈ ਕਿਸ ਤਰੀਕੇ ਦਾ ਰੁਖ ਅਖਤਿਆਰ ਕਰਦੀ ਹੈ, ਕੀ ਐਕਸ਼ਨ ਲੈਂਦੀ ਹੈ, ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਕੈਮਰਾਮੈਨ ਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਹੁਸ਼ਿਆਰਪੁਰ।